recording is on. ਸੋ ਬੇਟਾ ਅੱਜ ਅਸੀਂ SST ਦੀ ਕਲਾਸ ਲਗਾਉਣ ਜਾ ਰਹੇ ਹਾਂ। ਮੈਂ ਅਸੀਂ ਦੇਖਦਾ ਗਵਰਨਮੈਂਟ ਹਾਈ ਸਕੂਲ ਚਗਾਵਾਂ ਤੋਂ। ਸੋ ਬੇਟਾ ਮੈਨੂੰ ਆਸ ਸੀ ਵੀ ਅਸੀਂ ਕੁਝ ਜਿਹੜਾ ਹੈ ਬੱਚਿਆਂ ਨੂੰ ਲੈਸਨ ਤੋਂ ਇਲਾਵਾ ਅਲੱਗ ਕਰਵਾਈਏ। ਸੋ ਉਹਦੇ ਲਈ ਮੈਂ ਤੁਹਾਡੇ ਲਈ ਮੈਪ ਦੇ ਜ਼ਰੀਏ ਆਪਣੀ ਜਿਹੜੀ ਕਲਾਸ ਆ ਤੁਹਾਡੇ ਲਈ ਲੈ ਕੇ ਆਈ। ਸਭ ਨੂੰ ਆਵਾਜ਼ ਕਲੀਅਰ ਆ ਰਹੀ? ਓਕੇ। ਸੋ ਬੇਟਾ ਅੱਜ ਅਸੀਂ ਇੰਡੀਆ ਦੇ ਬਾਰੇ ਕਰਨ ਜਾ ਰਹੇ ਹਾਂ। ਸੋ ਤੁਸੀਂ ਪੈਨ ਕਾਪੀ ਪਕੜ ਕੇ ਰੱਖਿਓ ਕਿਉਂਕਿ ਤੁਸੀਂ ਨਾਲ ਇਹ ਲਿਖਣਾ ਵੀ ਆ। ਜੋ ਵੀ ਮੈਂ ਤੁਹਾਨੂੰ ਦੱਸੂਗੀ ਉਹਦੇ ਬਾਰੇ ਤੁਸੀਂ ਨਾਲ ਨੋਟਸ ਬਣਾਉਣੇ ਆ। ਸੋ ਅੱਜ ਅਸੀਂ ਇੰਡੀਆ ਬਾਰੇ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਿਹੜੇ ਦੇਸ਼ ਦੇ ਵਿੱਚ ਰਹਿੰਦੇ ਆ? ਇੰਡੀਆ ਦੇ ਵਿੱਚ ਰਹਿੰਦੇ ਆ। ਸੋ ਸਾਨੂੰ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਇੰਡੀਆ ਦੇਸ਼ ਦੀ ਲੋਕੇਸ਼ਨ ਕੀ ਆ, ਉਹਦੀ ਸਥਿਤੀ ਕੀ ਆ, ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਦੇਸ਼ ਦੇ ਵਿੱਚ ਕੀ ਖਾਸੀਅਤ ਆ, ਕੀ ਜਿਹੜੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ। ਸੋ ਉਸੇ ਚੀਜ਼ ਨੂੰ ਲੈ ਕੇ ਮੈਂ ਇਹ ਲੈਸਨ ਜਿਹੜਾ ਤੁਹਾਡੇ ਲਈ ਜਿਹੜੀ ਇਹ ਕਲਾਸ ਜਿਹੜੀ ਆ ਤਿਆਰ ਕੀਤੀ ਹੈ। ਸੋ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਨਾਲ ਤੁਹਾਨੂੰ ਜਿਹੜੀ ਆ ਉਹ ਕਲਾਸ ਦੇ ਵਿੱਚ ਮੈਪ ਵੀ ਕਰਵਾਉਂਗੀ। ਠੀਕ ਹੈ। ਸਭ ਤੋਂ ਪਹਿਲਾਂ ਬੇਟਾ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੇ ਦੇਸ਼ 'ਚ ਰਹਿੰਦੇ? ਇੰਡੀਆ ਦੇ ਵਿੱਚ। ਠੀਕ ਹੈ। ਸੋ ਇੰਡੀਆ ਜਿਹੜਾ ਸ਼ਬਦ ਆ ਉਹ ਗ੍ਰੀਕ ਭਾਸ਼ਾ ਦਾ ਸ਼ਬਦ ਆ। ਕਿਹੜੀ ਭਾਸ਼ਾ ਦਾ? ਗ੍ਰੀਕ ਭਾਸ਼ਾ ਦਾ। ਯੂਨਾਨੀ ਸ਼ਬਦ ਆ ਜਿਸ ਤੋਂ ਇੰਡੀਆ ਜਿਹੜਾ ਵਰਡ ਆ ਉਹ ਸਾਹਮਣੇ ਆਇਆ। ਸੋ ਜੋ ਭਾਰਤ ਦੇ ਵਿੱਚ ਵਿਦੇਸ਼ੀ ਆਏ ਉਹਨਾਂ ਨੇ ਅਲੱਗ-ਅਲੱਗ ਆਪਣੇ ਟਾਈਮ ਦੇ ਉੱਪਰ ਇੰਡੀਆ ਨੂੰ ਵੱਖਰਾ ਨਾਮ ਦਿੱਤਾ। ਸੋ ਜਿਹੜਾ ਇੰਡੀਆ ਨਾਮ ਆ ਸਭ ਤੋਂ ਪਹਿਲਾਂ ਉਹ ਕਿਹੜੀ ਭਾਸ਼ਾ ਤੋਂ ਆਇਆ? ਗ੍ਰੀਕ ਭਾਸ਼ਾ ਤੋਂ। ਸੋ ਤੁਸੀਂ ਨਾਲ ਨੋਟ ਕਰਦੇ ਜਾਣਾ ਕਿ ਇੰਡੀਆ ਵਰਡ ਜਿਹੜਾ ਏ ਉਹ ਗ੍ਰੀਕ ਭਾਸ਼ਾ ਦੇ ਵਿੱਚੋਂ ਆਇਆ। ਸੋ ਬੇਟਾ ਸਭ ਤੋਂ ਵੱਡੀ ਗੱਲ ਇਹ ਆ ਕਿ ਹਰ ਇੱਕ ਇਨਸਾਨ ਨੂੰ ਆਪਣਾ ਦੇਸ਼ ਬੇहद ਪਿਆਰਾ ਹੁੰਦਾ ਹੈ, ਪਰ ਅਸਲ ਦੇ ਵਿੱਚ ਹੀ ਜਿਹੜਾ ਇੰਡੀਆ ਏ ਅਗਰ ਉਹਨੂੰ ਅੰਤਰਿਕਸ਼ ਤੋਂ ਵੀ ਸਪੇਸ ਤੋਂ ਵੀ ਵੇਖਿਆ ਜਾਵੇ ਤਾਂ ਉਸ ਲੋਕੇਸ਼ਨ ਦੇ ਵਿੱਚ ਵੀ ਜਿਹੜਾ ਇੰਡੀਆ ਏ ਉਹ ਸਭ ਤੋਂ ਖੂਬਸੂਰਤ ਦੇਸ਼ ਮੰਨਿਆ ਗਿਆ। ਜਿਸ ਟਾਈਮ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਸੀ, ਤੁਹਾਨੂੰ ਪਤਾ ਹੀ ਹੈ ਕਿ ਉਹ ਫਰਸਟ ਲੇਡੀ ਸੀ ਇੰਡੀਆ ਦੇ ਵਿੱਚ, ਜਿਹੜੀ ਪਹਿਲੀ ਪ੍ਰਧਾਨ ਮੰਤਰੀ ਬਣੀ। ਉਹਨਾਂ ਦਾ ਨਾਮ ਕੀ ਸੀ? ਸ਼੍ਰੀਮਤੀ ਇੰਦਰਾ ਗਾਂਧੀ। ਸੋ ਉਹਨਾਂ ਨੇ ਇੱਕ ਵਾਰੀ ਅੰਤਰਿਕਸ਼ 'ਚ ਜਾਣ ਵਾਲੇ ਰਾਕੇਸ਼ ਸ਼ਰਮਾ ਨੂੰ ਪੁੱਛਿਆ ਸੀ ਕਿ ਉੱਪਰੋਂ ਅੰਤਰਿਕਸ਼ ਦੇ ਵਿੱਚੋਂ ਸਪੇਸ ਦੇ ਵਿੱਚੋਂ ਸਾਡਾ ਜਿਹੜਾ ਇੰਡੀਆ ਹੈ ਉਹ ਕਿਵੇਂ ਦਾ ਦਿਖਾਈ ਦਿੰਦਾ। ਤਾਂ ਉਹਨੇ ਇੱਕੋ ਗੱਲ ਆ ਕੇ ਕਹੀ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹੋਣਾ, ਕਿ ਸਭ ਤੋਂ ਸੋਹਣਾ ਜਿਹੜਾ ਹੈ ਸਾਡਾ ਇੰਡੀਆ ਹੀ ਲੱਗਦਾ। ਸੋ ਅੱਜ ਇੰਡੀਆ ਦੇ ਬਾਰੇ ਹੀ ਗੱਲ ਕਰਾਂਗੇ ਕਿ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਸ ਪਾਈਆਂ ਜਾਂਦੀਆਂ ਨੇ, ਕਿੰਨੇ ਇਹਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ, ਕੀ ਇਹਦੀ ਲੰਬਾਈ ਚੌੜਾਈ ਹੈ। ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਬੇहद ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਇਹਦੇ ਬਾਰੇ ਤੁਹਾਨੂੰ ਨਹੀਂ ਪਤਾ ਉਨੀ ਦੇਰ ਤੱਕ ਅਸੀਂ ਕਿਸੇ ਵੀ ਮੈਪ ਤੇ ਕੰਮ ਕਰਨ ਦੇ ਵਿੱਚ ਜਿਹੜੇ ਆ ਉਹ ਸੋਲਵ ਨਹੀਂ ਕਰ ਸਕਦੇ। ਸੋ ਅੱਜ ਅਸੀਂ ਇੰਡੀਆ ਬਾਰੇ ਪੜ੍ਹਨਾ ਹੈ। ਬੇਟਾ ਜਿਵੇਂ ਕਿ ਤੁਹਾਨੂੰ ਦੱਸ ਦਵਾਂ ਕਿ ਕਰੰਟ ਹੁਣ ਇਸ ਟਾਈਮ ਤੇ ਇੰਡੀਆ ਦੇ ਵਿੱਚ 28 ਸਟੇਟਸ ਨੇ। ਪਹਿਲਾਂ ਅਸੀਂ 29 ਸਟੇਟਸ ਕਰਦੇ ਰਹੇ ਹਰ ਵਕਤ ਇਹ ਹੋਈ ਕਿ ਭਾਰਤ ਵਿੱਚ 29 ਸਟੇਟਸ, ਪਰੰਤੂ ਹੁਣ ਇਸ ਟਾਈਮ ਤੇ ਸਾਡੇ ਭਾਰਤ ਦੇ ਵਿੱਚ 28 ਸਟੇਟਸ ਨੇ। ਕਿਹੜੀ ਸਟੇਟ ਇਹਦੇ ਵਿੱਚੋਂ ਨਿਕਲ ਗਈ ਹੈ? ਜੰਮੂ ਕਸ਼ਮੀਰ। ਕਿਹੜੀ ਸਟੇਟ? ਜੰਮੂ ਕਸ਼ਮੀਰ। ਬਾਕੀ ਸਾਰੀਆਂ ਸਟੇਟਸ ਉਸੇ ਤਰੀਕੇ ਆ। ਇੱਕ ਜੰਮੂ ਕਸ਼ਮੀਰ ਸਟੇਟ ਆ ਜਿਹੜੀ ਨਿਕਲ ਗਈ ਆ, ਔਰ ਸਾਡੀਆਂ ਬੱਚੀਆਂ ਜਿਹੜੀਆਂ ਨੇ ਕਿੰਨੀਆਂ ਸਟੇਟਸ ਆ? 28 ਸਟੇਟਸ। ਸੋ ਤੁਹਾਨੂੰ ਇਹ ਮੈਪ ਦੇ ਜ਼ਰੀਏ ਵੀ ਮੈਂ ਦੱਸੂਗੀ ਕਿ ਕਿੰਨੀਆਂ ਸਟੇਟਸ ਆ ਸਾਡੀਆਂ।
हाँ जी, ਤੁਹਾਨੂੰ ਹੁਣ ਇੱਕ ਮੈਂ ਮੈਪ ਸ਼ੋ ਕਰਨ ਜਾ ਰਹੀ ਹਾਂ, ਤੁਸੀਂ ਉਹਨੂੰ ਫੋਲੋ ਕਰਿਓ। ਜਿਵੇਂ ਕਿ ਤੁਹਾਨੂੰ ਸਭ ਨੂੰ ਦਿਖਾਈ ਦੇ ਰਿਹਾ ਹੋਏਗਾ ਕਿ ਸਾਡੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਸ ਮੈਂ ਦੱਸੀਆਂ ਸੀ? 28 ਸਟੇਟਸ। ਇਹ ਹੁਣ ਅਜੋਕੇ ਭਾਰਤ ਦਾ ਜਿਹੜਾ ਹੈ ਉਹ ਨਕਸ਼ਾ ਹੈ। ਇਹਦੇ ਵਿੱਚ ਜਿਹੜੀ ਇਹ ਜੰਮੂ ਕਸ਼ਮੀਰ ਆ ਜਿਹਦੇ ਉੱਪਰ ਮੈਂ ਡਰਾ ਕਰ ਰਹੀ ਹਾਂ, ਇਹ ਜਿਹੜੀ ਹੁਣ ਸਾਡੀ ਸਟੇਟ ਨਹੀਂ ਰਹੀ। ਬਾਕੀ ਸਾਰੀਆਂ ਸਟੇਟਸ ਉਸੇ ਤਰੀਕੇ ਹੀ ਹੈ। ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੀ ਸਟੇਟ ਦੀ ਗੱਲ ਕਰੀਏ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ, उत्तर प्रदेश, राजस्थान, गुजरात, महाराष्ट्र, गोवा, कर्नाटका और एक केरल राज्य, तमिलनाडु, आंध्र प्रदेश, तेलंगाना, उड़ीसा, छत्तीसगढ़, झारखंड, पश्चिमी बंगाल, बिहार और ਇਹ ਜਿਹੜੀਆਂ ਇਹ ਕੁੱਲ ਮਿਲਾ ਕੇ ਸਾਡੀਆਂ 21 ਸਟੇਟਸ ਨੇ ਇਹ ਵਾਲੀਆਂ, ਸਿੱਕਮ। ਔਰ ਇਹ ਜਿਹੜੀਆਂ 7 ਸਟੇਟਸ ਅਲੱਗ ਹੈ। ਸਭ ਤੋਂ ਪਹਿਲੀ ਸਟੇਟ ਜਿਹੜੀ ਆ ਅਰੁਣਾਚਲ ਪ੍ਰਦੇਸ਼, ਦੂਸਰੀ ਨਾਗਾਲੈਂਡ, ਤੀਸਰੀ ਮਣੀਪੁਰ, ਚੌਥੀ ਮਿਜ਼ੋਰਮ, ਪੰਜਵੀਂ ਤ੍ਰਿਪੁਰਾ, ਛੇਵੀਂ ਮੇਘਾਲਿਆ, ਸੱਤਵੀਂ ਅਸਾਮ। ਸੋ ਇਹ ਸਾਡੇ ਭਾਰਤ ਦਾ ਨਕਸ਼ਾ ਹੈ ਜਿਹਦੇ ਵਿੱਚ ਭਾਰਤ ਦੇ 28 ਰਾਜ ਅਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਹੁਣ ਅਸੀਂ ਸਭ ਤੋਂ ਪਹਿਲਾਂ 28 ਰਾਜ ਕੀਤੇ ਆ ਭਾਰਤ। ਦੇਖੋ ਬੇਟਾ, ਜਿਵੇਂ ਕਿ ਤੁਹਾਨੂੰ ਪਤਾ ਹੈ 4 ਦਿਸ਼ਾਵਾਂ ਹੁੰਦੀਆਂ ਹਨ, ਉੱਤਰ, ਦੱਖਣ, ਪੂਰਬ ਔਰ ਇਧਰ ਪੱਛਮ। ਸੋ ਉੱਤਰ, ਦੱਖਣ, ਪੂਰਬ, ਪੱਛਮ। ਸੋ ਸਾਨੂੰ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਭਾਰਤ ਦੀ ਲੰਬਾਈ ਪਤਾ ਹੋਣੀ ਚਾਹੀਦੀ। ਜਿਵੇਂ ਕਿ ਮੈਂ ਕਲਾਸਿਸ 'ਚ ਵੀ ਕਰਵਾਇਆ ਸੀ ਪਹਿਲੋਂ ਵੀ, ਕਿ ਭਾਰਤ ਦੀ ਉੱਤਰ ਤੋਂ ਲੈ ਕੇ ਇੱਥੋਂ ਲੈ ਕੇ ਕੇਰਲ ਦੇ ਨਿਚਲੇ ਪੁਆਇੰਟ ਤੱਕ ਜਿਹੜੀ ਲੰਬਾਈ ਹੈ ਉਹ ਹੈਗੀ ਆ 3214 ਕਿਲੋਮੀਟਰ। ਤੁਸੀਂ ਲਿਖਦੇ ਜਾਓ ਨਾਲ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਜਿਹੜੀ ਲੰਬਾਈ ਹੈ ਉਹ 3214 ਕਿਲੋਮੀਟਰ। ਔਰ ਅਗਰ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਚੌੜਾਈ ਹੈ ਉਹ 2933 ਕਿਲੋਮੀਟਰ। ਕਿੰਨੀ ਹੈ? 2933 ਕਿਲੋਮੀਟਰ। ਹੁਣ ਬੇਟਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਉੱਤਰ ਦੇ ਵਿੱਚ ਸਭ ਤੋਂ ਐਂਡ ਭਾਰਤ ਦਾ ਜਿਹੜਾ ਹੈ ਉਹ ਕਿੱਥੇ ਆ, ਪੁਆਇੰਟ ਪੂਰਾ। ਸੋ ਭਾਰਤ ਦਾ ਜੇ ਉੱਤਰ ਦੇ ਵਿੱਚ ਕੋਈ ਪੁਆਇੰਟ ਪੁੱਛ ਲੇ ਕਿੱਥੋਂ ਲੈ ਕੇ ਕਿੱਥੋਂ ਤੱਕ, ਯਾਨੀ ਉੱਤਰ ਤੋਂ ਲੈ ਕੇ ਦੱਖਣ ਤੱਕ ਕਿਹੜੇ ਕਿਹੜੇ ਪੁਆਇੰਟ ਆ, ਤਾਂ ਉੱਤਰ ਦੇ ਵਿੱਚ ਇੰਦਰਾ ਕੌਲ ਲਿਖਦੇ ਜਾਓ ਕਿਉਂਕਿ ਬਾਅਦ ਚੋਂ ਮੈਂ ਪੁੱਛਣੇ ਆ ਕੁਐਸਚਨ। ਭਾਰਤ ਦਾ ਉੱਤਰੀ ਸਿਰਾ ਜਿਹੜਾ ਹੈ ਉਹ ਇੰਦਰਾ ਕੌਲ ਚ, ਦੱਖਣੀ ਸਿਰਾ ਇਹ ਤਾਮਿਲਨਾਡੂ ਦੇ ਨੀਚੇ ਬਿਲਕੁਲ ਪੁਆਇੰਟ ਦੇ ਸਾਊਥ ਵਾਲੇ ਪਾਸੇ ਇਹ ਹੈਗਾ ਏ ਕੰਨਿਆ ਕੁਮਾਰੀ। ਸੋ ਕਿੱਥੋਂ ਲੈ ਕੇ ਇੰਦਰਾ ਕੌਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਉੱਤਰ ਤੋਂ ਲੈ ਕੇ ਦੱਖਣ ਤੱਕ ਦਾ ਪੁਆਇੰਟ। ਇਸੇ ਤਰੀਕੇ ਅਗਰ ਆਪਾਂ ਪੂਰਬ ਦਾ ਸਿਰਾ ਦੇਖੀਏ ਤਾਂ ਅਰੁਣਾਚਲ ਪ੍ਰਦੇਸ਼ ਦਾ ਕਿਪਥੂ, ਕਿਹੜਾ ਹੈ? ਕਿਪਥੂ। ਅਰੁਣਾਚਲ ਦਾ ਸਿਰਾ ਕਿੱਥੇ ਆ? ਕਿਪਥੂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਦੇ ਸਰ ਕ੍ਰੀਕ, ਗੁਹਾਰ ਮੋਤੀ ਦਾ ਸਰ ਕ੍ਰੀਕ ਪੁਆਇੰਟ ਆ, ਜਿੱਥੋਂ ਤੱਕ ਜਿਹੜਾ ਪੱਛਮ ਤੱਕ ਜਿਹੜਾ ਹੈ ਉਹ ਪੱਛਮ ਦਾ ਸਿਰਾ। ਦੁਬਾਰਾ, ਉੱਤਰ ਦਾ ਸਿਰਾ ਕਿਹੜਾ ਹੈ ਭਾਰਤ ਦਾ? ਇੰਦਰਾ ਕੌਲ। ਦੱਖਣ ਦਾ ਕੰਨਿਆ ਕੁਮਾਰੀ। ਪੂਰਬ ਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਪਥੂ, ਕਿਹੜਾ? ਕਿਪਥੂ। ਔਰ ਗੁਜਰਾਤ ਦੇ ਵਿੱਚ ਹੈਗਾ ਏ ਰਣ ਆਫ ਕੱਛ ਦੇ ਵਿੱਚ ਸਰ ਕ੍ਰੀਕ, ਗੁਹਾਰ ਮੋਤੀ ਦਾ ਸਰ ਕ੍ਰੀਕ। तो ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਕਿ ਭਾਰਤ ਦਾ ਉੱਤਰ ਤੋਂ ਲੈ ਕੇ ਦੱਖਣ ਸਿਰਾ, ਪੂਰਬ ਤੋਂ ਪੱਛਮ ਤੱਕ ਦਾ ਸਿਰਾ ਕਿਹੜਾ ਹੈ। ਸੋ ਤੁਹਾਨੂੰ ਇਹ ਚੰਗੇ ਤਰੀਕੇ ਪਤਾ ਹੋਣਾ ਚਾਹੀਦਾ ਹੈ
कि भारत दियां 28 राज ਹਨ। ਅਸੀਂ ਕਿਹੜੇ ਰਾਜ ਚ ਰਹਿੰਦੇ ਹਾਂ? ਅਸੀਂ ਕਿਹੜੇ ਰਾਜ ਚ ਰਹਿੰਦੇ ਹਾਂ? ਪੰਜਾਬ ਦੇ ਵਿੱਚ। तो पंजाब बेटा किसी समय हिमाचल प्रदेश और हरियाणा ये भी पंजाब के हिस्से सन जो अलग स्टेट्स बन गए। सो याद करनी आसानी होएगी, हिमाचल प्रदेश, पंजाब, हरियाणा ये 3 स्टेट्स बन गई और ये राजस्थान, गुजरात, महाराष्ट्र, गोवा, कर्नाटका, केरल, तमिलनाडु, आंध्र प्रदेश, तेलंगाना, उड़ीसा, छत्तीसगढ़, झारखंड, पश्चिमी बंगाल, बिहार, उत्तर प्रदेश, सिक्किम, अरुणाचल प्रदेश, नागालैंड, मणिपुर, मिजोरम, त्रिपुरा, मेघालय ते असम। हाँ जी बेटा, मैप सबनू दिखाई दिता सी? हाँ जी सब लोगों को मैप दिखाई दे रहा सी? हाँ जी तो ये तुसी याद करना है जो जो मैं दस रही हूँ कि भारत दियां 28 स्टेट्स हैं इस समय और 8 केंद्री प्रशासित जेड़े आ वो प्रदेश हैं। केंद्री शासित प्रदेश केड़े हुंदे आ? जिन्हां दे ऊपर केंद्र दा अधिकार हुंदा है, जिन्हां दे ऊपर केंद्र दा अधिकार हुंदा है। सो सानू पहलो सब तो पहलो 28 स्टेट्स बारे नॉलेज होनी चाहिए। और ਕਿਹੜੀ ਸਟੇਟ ਦੇ ਵਿੱਚ ਅਸੀਂ ਰਹਿੰਦੇ? ਪੰਜਾਬ ਸਟੇਟ ਦੇ ਵਿੱਚ। ਪੰਜਾਬ ਦੇ ਨਾਲ ਪਹਿਲੋਂ ਕਿਹੜੀ ਸਟੇਟ ਰਹਿੰਦੀ ਸੀ? ਪਹਿਲੋਂ ਕਿਹੜੀ ਸਟੇਟ ਜੁੜੀ ਸੀ? ਹਰਿਆਣਾ ਤੇ ਹਿਮਾਚਲ ਪ੍ਰਦੇਸ਼। ਸੋ ਇਹ ਦੋਵੇਂ ਤਿੰਨੇ ਸਟੇਟ ਤੇ ਤੁਹਾਨੂੰ ਇਵੇਂ ਹੀ ਯਾਦ ਹੋ ਜਾਣੀਆਂ ਚਾਹੀਦੀਆਂ ਕਿ ਪੰਜਾਬ ਦਾ ਹੀ ਹਿੱਸਾ ਸੀ ਹਿਮਾਚਲ ਪ੍ਰਦੇਸ਼ ਔਰ ਪੰਜਾਬ ਦਾ ਹੀ ਹਿੱਸਾ ਸੀ ਹਰਿਆਣਾ, ਜੋ ਕਿ ਹੁਣ ਅੱਡ ਹੋ ਚੁੱਕੇ ਨੇ। ਸੋ ਇਹ ਤੇ ਸੀ ਬੇਟਾ ਕਿ 28 ਰਾਜ। ਹੁਣ ਅਸੀਂ ਅੱਗੇ ਭਾਰਤ ਦੇ ਵਿੱਚ 28 ਰਾਜਾਂ ਤੋਂ ਇਲਾਵਾ ਇਹ ਦੇਖਣਾ ਹੈ ਕਿ ਭਾਰਤ ਦੇ ਵਿੱਚ ਭਾਰਤ ਨੂੰ ਗੁਆਂਢੀ ਦੇਸ਼ ਕਿਹੜੇ ਲੱਗਦੇ ਆ। ਸਾਨੂੰ ਬਹੁਤ ਜ਼ਰੂਰੀ ਆ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਦੇਸ਼ ਦੇ ਨਾਲ-ਨਾਲ ਲੱਗਣ ਵਾਲੇ ਕਿਹੜੇ-ਕਿਹੜੇ ਦੇਸ਼ ਨੇ। ਸੋ ਹੁਣ ਅਸੀਂ ਗੁਆਂਢੀ ਦੇਸ਼ਾਂ ਬਾਰੇ ਕਰਾਂਗੇ। ਸੋ ਗੁਆਂਢੀ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਇੱਕ ਟ੍ਰਿਕ ਸਿੱਖਿਆ ਸੀ, ਸੀਮਾ ਭਾਬੀ ਆਪ ਨੱਚੇ। ਸੋ ਇਹ ਸਭ ਨੇ ਕਲਾਸਿਸ ਦੇ ਵਿੱਚ ਮੈਂ ਦੱਸਿਆ ਸੀ ਕਿ ਸੀਮਾ ਭਾਬੀ ਆਪ ਨੱਚੇ। ਸੀਮਾ ਭਾਬੀ ਤੋਂ ਸੱਸੇ ਤੋਂ ਸ਼੍ਰੀਲੰਕਾ, ਮੰਮੇ ਤੋਂ ਮਿਆਂਮਾਰ, ਸੀਮਾ ਭਾਬੀ ਭੱਬੇ ਤੋਂ ਭੂਟਾਨ, ਬੱਬੇ ਤੋਂ ਬੰਗਲਾਦੇਸ਼, ਭਾਬੀ ਨੱਚੇ ਨੰਨੇ ਤੋਂ ਨੇਪਾਲ ਤੇ ਪੱਪੇ ਤੋਂ पाकिस्तान, ठीक है, और अफगानिस्तान। आप नचे एड़े तो अफगानिस्तान। सो इन्हों मैं थोड़ा जा अलग सिखाऊंगी आज कि ਅਸੀਂ ਕਿਵੇਂ ਯਾਦ ਕਰਨਾ ਹੈ, ਪਰ ਉਸ ਤੋਂ ਪਹਿਲਾਂ ਤੁਸੀਂ ਗੁਆਂਢੀ ਦੇਸ਼ਾਂ ਦਾ ਮੈਪ ਦੇ ਉੱਪਰ ਦੇਖ ਲਓ। ਇਹ ਭਾਰਤ ਦੇ ਗੁਆਂਢੀ ਦੇਸ਼, ਇਹ ਕੀ ਆ? ਭਾਰਤ ਦੇ ਗੁਆਂਢੀ ਦੇਸ਼। ਹੁਣ ਭਾਰਤ ਦੇ ਗੁਆਂਢੀ ਦੇਸ਼ ਹੈ ਕਿੰਨੇ ਆ? ਸੋ ਇਹ ਬੇਟਾ 7 ਗੁਆਂਢੀ ਦੇਸ਼। ਕਿੰਨੇ? 7 ਜਿਹੜੇ ਆ ਭਾਰਤ ਦੇ ਗੁਆਂਢੀ ਦੇਸ਼ ਨੇ। ਉਹ ਗੁਆਂਢੀ ਦੇਸ਼ ਕਿਹੜੇ ਹੁੰਦੇ ਆ? ਉਹ ਦੇਸ਼ ਜਿਨ੍ਹਾਂ ਨਾਲ ਭਾਰਤ ਦੀ ਸਰਹੱਦ ਲੱਗਦੀ ਹੈ ਜਾਂ ਬਾਰਡਰ ਲੱਗਦਾ। ਸੋ ਸਭ ਤੋਂ ਪਹਿਲਾਂ ਕਿਹੜਾ ਹੈ? ਪਾਕਿਸਤਾਨ, ਅਫਗਾਨਿਸਤਾਨ, ਚੀਨ, ਨੇਪਾਲ, ਭੂਟਾਨ, ਬੰਗਲਾਦੇਸ਼, म्यांमार। 1 2 3 4 5 6 7 ਇਹ ਸੱਤੇ ਜਿਹੜੇ ਆ ਉਹ ਕੀ ਆ? ਭਾਰਤ ਦੇ ਗੁਆਂਢੀ ਦੇਸ਼। ਦੁਬਾਰਾ ਤੋਂ ਪਾਕਿस्तान, अफगानिस्तान, चीन, नेपाल, भूटान, बांग्लादेश, म्यांमार। सो बेटा तुसी खबरां सुनते ही होवोगे अजकल केड़ा गुआंढी देश बहुत चर्चा दे विच हैगा? चाइना, चीन। क्योंकि 2 वजह करके चर्चा च सब तो पहला ये मन्निया जाता है कि जिहड़ी कोरोना नाम की जिहड़ी बीमारी आ वो इसे गुआंढी देश तो फैली, चाइना तो। देखो ये भारत के बिल्कुल
ਨਜ਼ਦੀਕ ਗੁਆਂਢੀ ਦੇਸ਼ ਆ। ਦੇਖੋ ਇਹਨੂੰ ਇਧਰੋਂ ਲੱਦਾਖ ਵਾਲੇ ਪਾਸੋਂ ਵੀ ਇਹਨੂੰ ਬਾਰਡਰ ਲੱਗਦਾ ਹੈ, ਠੀਕ ਹੈ, ਔਰ ਇਹ ਦੇਖੋ ਸਾਰਾ ਕਵਰ ਕਰਦਾ ਹੈ ਬਾਰਡਰ। ਔਰ ਇਸ ਸਾਈਡ ਤੋਂ ਵੀ ਇਹ ਚਾਈਨਾ ਤੋਂ ਅਰੁਣਾਚਲ ਪ੍ਰਦੇਸ਼ ਨੂੰ ਵੀ ਇਹ ਜਿਹੜਾ ਹੈ ਬਾਰਡਰ ਟੱਚ ਕਰਦਾ। ਸੋ ਚਾਈਨਾ ਬਹੁਤ ਚਰਚਾ ਦੇ ਵਿੱਚ ਹੈਗਾ। ਪਹਿਲਾ ਕਾਰਨ ਕਿ ਮੰਨਿਆ ਜਾ ਰਿਹਾ ਵੀ ਜਿਹੜੀ ਕਰੋਨਾ ਦੀ ਮਹਾਮਾਰੀ ਆ ਉਹ ਇਸੇ ਦੇਸ਼ ਦੇ ਵਿੱਚੋਂ ਫੈਲੀ ਆ, ਸਾਡੇ ਗੁਆਂਢੀ ਦੇਸ਼। ਦੂਸਰਾ, ਤੁਸੀਂ ਹੁਣੇ ਤਾਜ਼ੀਆਂ ਖਬਰਾਂ ਸੁਣੀਆਂ ਕਿ ਚਾਈਨਾ ਦੇ ਨਾਲ ਸਾਡਾ ਵਿਵਾਦ ਚੱਲ ਰਿਹਾ ਹੈ ਬਾਰਡਰ ਨੂੰ ਲੈ ਕੇ। ਔਰ ਉਹ ਕਿਹੜੇ ਬਾਰਡਰ ਨੂੰ ਲੈ ਕੇ? ਇਸ ਸਾਈਡ ਦੇ ਬਾਰਡਰ ਨੂੰ, ਲੱਦਾਖ ਵਾਲੀ ਸਾਈਡ, ਜਿਹਦੇ ਉੱਤੇ ਚਾਈਨਾ ਆਪਣਾ ਕਬਜ਼ਾ ਕਰਨ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਤੁਹਾਨੂੰ ਪਤਾ ਹੈ ਵੀ ਇਸੇ ਬਾਰਡਰ ਦੇ ਉੱਪਰ ਬਹੁਤ ਠੰਡੇ ਇਲਾਕੇ ਨੇ। ਸੋ ਸਾਡੇ ਕਈ ਸ਼ਹੀਦ ਜਿਹੜੇ ਆ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਆ ਦੇਸ਼ ਦੀ ਸੁਰੱਖਿਆ ਦੇ ਲਈ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਸ਼ਹੀਦਾਂ ਨੂੰ ਅਸੀਂ ਮਤਲਬ ਯਾਦ ਕਰਦੇ ਹਾਂ, ਉਹਨਾਂ ਨੂੰ ਆਪਾਂ ਬੜੇ ਸਨਮਾਨ ਦੇ ਨਾਲ ਅੱਜ ਉਹਨਾਂ ਦਾ ਨਾਮ ਯਾਦ ਕਰਦੇ ਹਾਂ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਦੇਵੇ। ਸੋ ਬੇਟਾ ਇਹ ਗੁਆਂਢੀ ਦੇਸ਼ ਆ। ਪਾਕਿਸਤਾਨ ਤੁਹਾਨੂੰ ਪਤਾ ਹੀ ਆ ਕਿ ਸਾਡੇ ਹੀ ਦੇਸ਼ ਦਾ ਹਿੱਸਾ ਸੀ, ਜਿਹੜਾ ਭਾਰਤ ਤੋਂ ਕਦੋਂ ਵੱਖਰਾ ਹੋਇਆ? 15 ਅਗਸਤ 1947 ਦੀ ਵੰਡ ਦੇ ਵਿੱਚ ਇਹ ਪਾਕਿਸਤਾਨ ਜਿਹੜਾ ਹੈ ਇੰਡੀਆ ਨਾਲੋਂ ਵੱਖ ਹੋ ਗਿਆ। ਇਹ ਅਫਗਾਨਿਸਤਾਨ ਹੈ ਜਿੱਥੋਂ ਬਹੁਤ ਸਾਰੇ ਵਿਦੇਸ਼ੀ ਜਿਹੜੇ ਆ ਪੰਜਾਬ ਦੇ ਰਸਤੋਂ ਭਾਰਤ ਦੇ ਉੱਤੇ ਕਬਜ਼ਾ ਕਰਨ, ਵਪਾਰ ਕਰਨ ਦੀ ਨੀਅਤ ਨਾਲ ਆਏ। ਸੋ ਪਾਕਿਸਤਾਨ, ਅਫਗਾਨਿਸਤਾਨ, ਚੀਨ, ਇਹ ਨੇਪਾਲ ਆ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਇੱਥੇ ਹੀ ਪਾਈ ਜਾਂਦੀ ਹੈ। ਇਹ ਭੂਟਾਨ ਆ ਗੁਆਂਢੀ ਦੇਸ਼। ਇਹ ਬੰਗਲਾਦੇਸ਼ ਆ ਜਿਹੜਾ ਕਿ ਪਹਿਲੋਂ ਕਿਸੇ ਸਮੇਂ ਭਾਰਤ ਦਾ ਹੀ ਹਿੱਸਾ ਸੀ, ਪਰੰਤੂ ਹੁਣ ਇਹ ਅਲੱਗ ਹੈ। ਇਹ ਬੰਗਲਾਦੇਸ਼, ਇਹ ਮਿਆਂਮਾਰ। ਸੋ ਬੇਟਾ ਇਹਨੂੰ ਬੜਾ ਤਰੀਕੇ ਨਾਲ ਅਸੀਂ ਯਾਦ ਕਰ ਸਕਦੇ ਹਾਂ। ਇਹਦਾ ਇੱਕ ਬੜਾ ਈਜ਼ੀ ਤਰੀਕਾ ਹੈ। ਇੱਕ ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਸੀਮਾ ਭਾਬੀ ਆਪ ਨੱਚੇ, ਹੈ ਨਾ, ਉਹਦੇ ਵਿੱਚ ਤੇ ਕਰ ਲਿਆ ਸੀ ਯਾਦ। ਪਰੰਤੂ ਇੱਕ ਤਰੀਕਾ ਮੈਂ ਇਸ ਤਰੀਕੇ ਦੱਸੂਗੀ ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਖੇਤਰਫਲ ਅਨੁਸਾਰ ਕਿਹੜਾ ਹੈ ਜਿਹੜਾ ਗੁਆਂਢੀ ਦੇਸ਼ ਉਹ ਵੱਡਾ ਹੈ ਔਰ ਕਿਹੜਾ ਛੋਟਾ। ਸੋ ਤੁਸੀਂ ਕਾਪੀਜ਼ ਦੇ ਉੱਪਰ ਲਿਖ ਲਓ ਇੱਕ ਕੋਟੇਸ਼ਨ। ਬਚਪਨ ਇੰਗਲਿਸ਼ ਚ ਲਿਖਣਾ, ਬਚਪਨ ਇੰਗਲਿਸ਼ ਚ ਲਿਖਣਾ। ਉਹਦੇ ਸਪੈਲਿੰਗ ਲਿਖਣੇ ਆ ਬੀ ਬਾਲ ਵਾਲਾ, ਸੀ ਕੈਟ ਵਾਲਾ ਸੀ, ਅੱਗੇ ਪੀ ਪੈਰਟ ਔਰ ਐਨ ਨੋਜ਼ ਵਾਲਾ ਐਨ। ਸੋ ਇਹਨੂੰ ਆਪਾਂ ਮੰਨਣਾ ਹੈ ਕਿ ਬਚਪਨ, BCPN ਬਚਪਨ। ਔਰ ਅੱਗੇ ਲਿਖ ਲਓ M ਮਤਲਬ ਮਦਰ, M B ਬ੍ਰਦਰ ਔਰ A ਐਪਲ। ਇਹ ਇੱਕ MBA ਹੁੰਦੀ ਹੈ ਕਿ ਡਿਗਰੀ ਪੜ੍ਹਾਈ ਦੀ। ਸੋ ਇਹਨੂੰ ਤੁਸੀਂ ਮੰਨ ਕੇ ਚੱਲਣਾ ਕਿ ਮੈਂ ਬਚਪਨ 'ਚ MBA ਕਰ ਲਈ ਸੀ। MBA ਇੱਕ ਬੜੀ ਮਾਸਟਰ ਕਲਾਸ ਡਿਗਰੀ ਹੁੰਦੀ ਆ। ਸੋ ਇਹਨੂੰ ਟ੍ਰਿਕ ਯਾਦ ਕਰਨਾ ਕਿ ਬਚਪਨ 'ਚ ਮੈਂ ਕੀ ਕਰ ਲਈ ਸੀ? MBA। ਸੀਮਾ ਭਾਬੀ ਆਪ ਨੱਚੇ ਨਾਲੋਂ ਇਹ ਥੋੜਾ ਜਿਹਾ ਵਧੀਆ ਹੈ, ਕਿਉਂਕਿ ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਖੇਤਰਫਲ ਅਨੁਸਾਰ ਕਿਹੜੇ ਵੱਡੇ ਦੇਸ਼। ਅਗਰ ਤੁਸੀਂ ਉਸ ਤਰੀਕੇ ਵੀ ਯਾਦ ਕਰਨਾ, ਸੀਮਾ ਭਾਬੀ ਆਪ ਨੱਚੇ, ਸੱਸੇ ਤੋਂ ਸ਼੍ਰੀਲੰਕਾ, ਮੰਮੇ ਤੋਂ ਮਿਆਂਮਾਰ ਸੀਮਾ, ਭੱਬੇ ਤੋਂ ਭੂਟਾਨ, ਬੱਬੇ ਤੋਂ ਬੰਗਲਾदेश, आप एड़े तो अफगानिस्तान, पप्पे तो पाकिस्तान, नन्हे तो नेपाल, चच्चे तो चीन। गुआंढी देश टिप्स ते रटे होने चाहिए कि गुआंढी देश साडे किन्ने आ? 7 गुआंढी देश। और ये तुहानू रटे होने चाहिए। जो कोई तुहानू पूछे कि केड़े-केड़े गुआंढी देश आ, दवा दवा बोलो सीमा भाभी आप नची, फटाफट लिख लो। सस्से तो श्रीलंका, मम्मे तो म्यांमार, भब्बे तो भूटान, बब्बे तो बांग्लादेश, एड़े तो अफगानिस्तान, पप्पे तो पाकिस्तान, नन्हे तो नेपाल ते चचे तो चीन। सो एक ही सी साडे गुआंढी देश। पर ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਿਆ, ਬਚਪਨ 'ਚ ਹੀ MBA ਕਰ ਲਈ। तो बचपन तो की है, बी तो की है बांग्लादेश। गुआंढी देशों ਦੇ ਵਿੱਚ ਸਭ ਤੋਂ ਵੱਡਾ ਕਿਹੜਾ ਹੈ? ਗੁਆਂਢੀ ਦੇਸ਼ ਬੰਗਲਾदेश। सी तो चाइना, चीन,
P ਤੋਂ ਪਾਕਿਸਤਾਨ, N ਤੋਂ ਨੇਪਾਲ, M ਤੋਂ ਮਿਆਂਮਾਰ, B ਤੋਂ ਭੂਟਾਨ ਤੇ A ਤੋਂ ਅਫਗਾਨਿਸਤਾਨ। ਸੋ ਇਹ ਜਿਹੜਾ ਬਚਪਨ ਚ MBA ਕੀਤੀ ਇਹ ਕਿਸ ਤਰੀਕੇ ਦੱਸਿਆ ਹੈ ਆਰਡਰ ਵਾਈਜ਼ ਵੀ ਕਿਹੜਾ ਗੁਆਂਢੀ ਦੇਸ਼ ਸਾਡਾ ਸਭ ਤੋਂ ਵੱਡਾ ਹੈ ਔਰ ਕਿਹੜਾ ਛੋਟਾ। ਸਭ ਤੋਂ ਵੱਡਾ ਗੁਆਂਢੀ ਦੇਸ਼ ਆ ਬੰਗਲਾਦੇਸ਼, ਕਿਹੜਾ ਹੈ ਬੰਗਲਾਦੇਸ਼। ਉਸ ਤੋਂ ਬਾਅਦ ਜਿਹੜਾ ਆ ਜਾਂਦਾ ਹੈ ਚਾਈਨਾ, ਦੂਸਰੇ ਨੰਬਰ ਤੇ ਆ ਜਾਂਦਾ ਚਾਈਨਾ, ਤੀਸਰੇ ਨੰਬਰ ਤੇ ਆ ਜਾਂਦਾ ਪਾਕਿਸਤਾਨ, ਚੌਥੇ ਤੇ ਨੇਪਾਲ, ਪੰਜਵੇਂ ਤੇ ਮਿਆਂਮਾਰ, ਛੇਵੇਂ ਤੇ ਭੂਟਾਨ ਤੇ ਸੱਤਵੇਂ ਤੇ ਅਫਗਾਨਿਸਤਾਨ। ਅੱਛਾ ਮੈਂ ਥੋੜਾ ਜਿਹਾ ਰੋਕ ਕੇ ਤੁਹਾਨੂੰ ਪੁੱਛਣ ਲੱਗੀ ਆ ਵੀ ਜਿਹੜੇ ਜਿਹੜੇ ਬੱਚੇ ਨੂੰ ਮੇਰੀ ਆਵਾਜ਼ ਕਲੀਅਰ ਆ ਰਹੀ ਆ ਉਹ ਜਰਾ ਕਿ ਆਪਣਾ ਹੱਥ ਰੇਜ਼ ਕਰੇ, ਜਿਹਨੂੰ ਆਪਣਾ ਲੈਸਨ ਜਿਹੜਾ ਸਹੀ ਢੰਗ ਨਾਲ ਸਮਝ ਆ ਰਿਹਾ। ਠੀਕ ਹੈ ਬੇਟਾ। ਸੋ ਆਪਾਂ ਥੋੜਾ ਦੁਹਰਾਈ ਕਰ ਲਈਏ ਕਿ ਆਪਾਂ ਕੀ ਕੀ ਪੜਿਆ। ਸਭ ਤੋਂ ਪਹਿਲਾਂ ਆਪਾਂ ਕੀ ਪੜਿਆ? ਅਸੀਂ ਸਭ ਤੋਂ ਪਹਿਲਾਂ ਅਸੀਂ ਆਪਣੇ ਗੁਆਂਢੀ ਦੇਸ਼ ਪੜ੍ਹੇ, ਸੌਰੀ ਸਟੇਟਸ ਪੜ੍ਹੀਆਂ। ਸਾਡੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਸ ਨੇ? 28 ਸਟੇਟਸ ਨੇ। ਉਹਨਾਂ ਨੂੰ ਅਸੀਂ ਇੱਕ ਵਾਰੀ ਬਾਈ ਨੇਮ ਜਿਹੜਾ ਹੈ ਕੀਤਾ ਲਰਨ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ, ਜਿਹੜੀ ਸਟੇਟ ਹੁਣ ਨਿਕਲ ਗਈ ਹੈ ਭਾਰਤ ਦੇ ਵਿੱਚੋਂ ਉਹ ਇਹ ਆ ਪੂਰਾ ਇਲਾਕਾ ਜੰਮੂ ਕਸ਼ਮੀਰ। ਆਈ ਹੋਪ ਕਿ ਤੁਹਾਨੂੰ ਇਹ ਨਜ਼ਰ ਆ ਰਹੀ ਹੋਏਗੀ। ਠੀਕ ਹੈ, ਜੰਮੂ ਕਸ਼ਮੀਰ ਤੇ ਪਹਿਲਾਂ ਇਹਦਾ ਨਾਮ ਕੀ ਸੀ? ਸਿਰਫ ਸਟੇਟ ਦਾ ਜੰਮੂ ਕਸ਼ਮੀਰ। ਹੁਣ ਇਹਨੂੰ ਸਟੇਟ ਦਾ ਦਰਜੇ ਚੋਂ ਕੱਢ ਦਿੱਤਾ ਗਿਆ, ਇਹਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਔਰ ਇਹਦੇ ਦੋ ਹਿੱਸੇ ਕਰ ਦਿੱਤੇ ਗਏ, ਜੰਮੂ ਕਸ਼ਮੀਰ, ਲੱਦਾਖ। ਪਹਿਲਾਂ ਇੱਕੋ ਹੀ ਸੀ ਸਟੇਟ ਜੰਮੂ ਕਸ਼ਮੀਰ, ਪਰੰਤੂ ਹੁਣ ਇਹਦੇ ਦੋ ਹਿੱਸੇ ਕਰ ਦਿੱਤੇ ਗਏ ਆ, ਜੰਮੂ ਕਸ਼ਮੀਰ ਔਰ ਲੱਦਾਖ। ਔਰ ਇਹਨੂੰ ਜਿਹੜਾ ਹੈ ਯੂਟੀ ਦਾ ਦਰਜਾ ਦੇ ਦਿੱਤਾ ਗਿਆ ਹੈ। ਯੂਟੀ ਮਤਲਬ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇ ਦਿੱਤਾ ਗਿਆ ਔਰ ਇਹ 2020 ਦੇ ਵਿੱਚ ਹੀ ਇਹ ਜਿਹੜਾ ਹੈ ਦਰਜਾ ਇਹਨੂੰ ਦਿੱਤਾ ਗਿਆ। ਸੋ ਇਸ ਸਮੇਂ ਸਾਡੇ ਭਾਰਤ ਦੇ ਵਿੱਚ 28 ਸਟੇਟਸ ਹਨ ਔਰ 8 ਕੇਂਦਰੀ ਸ਼ਾਸਤ ਪ੍ਰਦੇਸ਼। ਬੇਟਾ ਧਿਆਨ ਨਾਲ ਦੁਬਾਰਾ ਦੇਖ ਲਓ, ਇਹ ਹੁਣ ਸਟੇਟ ਨਹੀਂ ਰਹੀ। ਅਸੀਂ ਕਿਹੜੀ ਸਟੇਟ ਦੇ ਵਿੱਚ ਰਹਿੰਦੇ ਆ? ਪੰਜਾਬ ਦੇ ਵਿੱਚ। ਪੰਜਾਬ ਕਿਸੇ ਸਮੇਂ ਹਿਮਾਚਲ ਪ੍ਰਦੇਸ਼ ਔਰ ਹਰਿਆਣਾ ਦੇ ਨਾਲ ਜੁੜਿਆ ਹੋਇਆ ਸੀ, ਪਰੰਤੂ ਹੁਣ ਹਿਮਾਚਲ ਪ੍ਰਦੇਸ਼ ਔਰ ਹਰਿਆਣਾ ਅਲੱਗ ਸਟੇਟਸ ਹਨ। ਇਹ ਉੱਤਰਾਖੰਡ, ਉਸ ਤੋਂ ਬਾਅਦ ਇਹ ਰਾਜਸਥਾਨ। ਠੀਕ ਹੈ, तो इस तरीके ये सारा साडे इंडिया का अजोका नक्शा। फिर इस तो बाद तुहानू मैं की दस्सिया कि उत्तर ते पूरब दिशा दे विच उत्तरी सिरे दा नाम की है? इंद्राकौल। की है सिरे दा नाम? इंद्राकौल। और दक्षिणी सिरा जेड़ा कि दक्षिणी सिरा कन्याकुमारी। सो इंद्राकौल तो लैके दखण दे विच कन्याकुमारी, इसे तरीके पूरब दे विच अरुणाचल प्रदेश दा किबथू और पश्चिम दे विच गुजरात दे रण ऑफ कच्छ दे विच गुहार मोती दे विच सर क्रीक। ਇਹ ਜਿਹੜੇ ਆ ਉੱਤਰ ਦੱਖਣ ਪੂਰਬ ਪੱਛਮ ਦੇ ਸਿਰੇ ਹਨ। ਸੋ ਇਹਦੀ ਅਗਰ ਲੰਬਾਈ ਚੌੜਾਈ ਪੁੱਛੀ ਜਾਵੇ ਤਾਂ ਇੰਦਰਾਕੌਲ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਡੇ ਭਾਰਤ ਦੀ ਲੰਬਾਈ ਜਿਹੜੀ ਆ ਉਹ 3214 ਕਿਲੋਮੀਟਰ। ਅਗਰ ਚੌੜਾਈ ਦੀ ਗੱਲ ਕੀਤੀ ਜਾਵੇ ਪੂਰਬ ਤੋਂ ਲੈ ਕੇ ਪੱਛਮ ਤੱਕ ਇਹ ਜਿਹੜੀ ਚੌੜਾਈ ਹੈ 2933 ਕਿਲੋਮੀਟਰ है। क्लियर है बेटा सबनों? हाँ जी बेटा, हुण असीं कीता है भारत दी 28 स्टेट्स, गुआंढी देश किन्ने गुआंढी देश? 7 गुआंढी देश। अच्छा किसी दे दिमाग च ये भी आ रहा होएगा कि श्रीलंका भी असीं करते रहे हैं गुआंढी देश, है ना? पैर दे विच श्रीलंका भी ते पैंदा है ना। अगर तुसीं
ਧਿਆਨ ਨਾਲ ਦੇਖੋ ਤਾਂ ਤੁਸੀਂ ਦੇਖੋਗੇ ਕਿ ਉਹ ਵੀ ਗੁਆਂਢੀ ਦੇਸ਼ਾਂ ਦੀ ਜਿਹੜੀ ਆ, ਦੇਖੋ ਅਗਰ ਮੈਂ ਇਹਨਾਂ ਸੱਤਾਂ ਤੋਂ ਇਲਾਵਾ ਨੀਚੇ ਦੇਖੋ, ਇਹ ਸ਼੍ਰੀਲੰਕਾ ਹੈ। ਇਹ ਵੀ ਜਿਹੜਾ ਗੁਆਂਢੀ ਦੇਸ਼ ਹੋਣਾ ਚਾਹੀਦਾ। ਇਹਨੂੰ ਗੁਆਂਢੀ ਦੇਸ਼ ਨਹੀਂ, ਇਹਨੂੰ ਆਪਾਂ ਟਾਪੂ, ਦੇਖੋ ਇਹ ਟਾਪੂ ਕਿਹੜਾ ਹੁੰਦਾ, ਟਾਪੂ ਜਿਹਨੂੰ ਚਾਰੇ ਪਾਸੋਂ ਤੋਂ ਪਾਣੀ ਨੇ ਘੇਰਿਆ ਹੁੰਦਾ, ਸੋ ਇਹਦੇ ਚਾਰੇ ਪਾਸੇ ਪਾਣੀ, ਠੀਕ ਹੈ। ਸੋ ਇਹਨੂੰ ਆਪਾਂ ਗੁਆਂਢੀ ਦੇਸ਼ ਨਾ ਮੰਨ ਕੇ ਇਹਨੂੰ ਗੁਆਂਢੀ ਟਾਪੂ ਮੰਨਦੇ। ਕੀ ਮੰਨਦੇ ਆ? ਇਹ ਸਾਡਾ ਗੁਆਂਢੀ ਟਾਪੂ ਹੈ। ਗੁਆਂਢੀ ਦੇਸ਼ ਕਿੰਨੇ ਨੇ? 7 ਦੇਸ਼ ਨੇ, ਠੀਕ ਆ। ਬਚਪਨ ਚ MBA ਕਰ ਲਈ ਜਾਂ ਸੀਮਾ ਭਾਬੀ ਆਪ ਨੱਚੇ ਟ੍ਰਿਕਸ ਹੈਗੀਆਂ ਤੁਹਾਡੇ ਕੋਲ। ਔਰ ਅਗਰ ਸ਼੍ਰੀਲੰਕਾ ਦੀ ਗੱਲ ਕੀਤੀ ਜਾਵੇ, ਅਗਰ ਪੁੱਛਿਆ ਜਾਵੇ ਕਿ ਸਾਡੇ ਭਾਰਤ ਦਾ ਗੁਆਂਢੀ ਟਾਪੂ ਕਿਹੜਾ ਹੈ, ਟਾਪੂ ਮਤਲਬ ਉਹ ਏਰੀਆ, ਉਹ ਮੈਦਾਨੀ ਭਾਗ ਜਿਹਦੇ ਚਾਰੇ ਪਾਸੇ ਪਾਣੀ ਹੁੰਦਾ ਹੈ, ਉਹਨੂੰ ਅਸੀਂ ਟਾਪੂ ਕਹਿੰਦੇ। ਸੋ ਉਹ ਹੈ ਸ਼੍ਰੀਲੰਕਾ। ਅਗਰ ਕੋਈ ਪੁੱਛੇ ਭਾਰਤ ਦੀਆਂ ਗੁਆਂਢੀ ਨੇਬਰ ਕੰਟਰੀਜ਼ ਕਿੰਨੀਆਂ, ਤਾਂ 7। ਗੁਆਂਢੀ ਟਾਪੂ ਕਿੰਨਾ ਹੈ? ਇੱਕ ਹੀ ਹੈ, ਕਿਹੜਾ? ਸ਼੍ਰੀਲੰਕਾ। ਠੀਕ ਹੈ ਬੇਟਾ, ਕਲੀਅਰ ਹੋ ਗਿਆ। ਹੁਣ ਅਸੀਂ ਅੱਗੇ ਭਾਰਤ ਦੀ ਲੋਕੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਗਰ ਧਰਤੀ ਦੇ ਗਲੋਬ ਨੂੰ ਵੇਖਿਆ ਜਾਵੇ ਤਾਂ ਧਰਤੀ ਦੇ ਗਲੋਬ ਨੂੰ ਅੱਧ ਵਿਚਕਾਰੋਂ ਜਿਹੜੀ ਰੇਖਾ, ਕਾਲਪਨਿਕ ਰੇਖਾ ਕੱਟਦੀ ਆ, ਉਹਨੂੰ ਅਸੀਂ ਕੀ ਕਹਿੰਦੇ ਆ? ਭੂਮਧ ਰੇਖਾ। ਭੂਮਧ ਰੇਖਾ ਇਹਦੇ ਨਾ, ਭੂਮਧ ਰੇਖਾ। ਸੋ ਭਾਰਤ ਦੇ ਵਿੱਚੋਂ ਵੀ ਇੱਕ ਰੇਖਾ ਕੱਟਦੀ ਆ, ਉਹਨੂੰ ਅਸੀਂ ਦੇਖਣਾ ਕਿ ਉਹ ਕਿਹੜੀ ਰੇਖਾ ਹੈ, ਠੀਕ ਹੈ। ਸੋ ਉਹਦੇ ਲਈ ਤੁਹਾਨੂੰ ਇੱਕ ਮੈਪ ਸ਼ੋ ਹੋ ਰਿਹਾ, ਮੈਪ ਦਿਖਾਈ ਦੇ ਰਿਹਾ? ਹਾਂਜੀ ਮੈਮ। ਹਾਂਜੀ, ਸੁਣੋ ਹੁਣ ਦੇਖੋ, ਪੂਰੇ ਸੰਸਾਰ ਦੇ ਗਲੋਬ ਨੂੰ ਅਗਰ ਵੇਖਿਆ ਜਾਵੇ ਤਾਂ ਉਹਦੇ ਵਿੱਚੋਂ 0 ਡਿਗਰੀ ਅਕਸ਼ਾਂਸ਼ ਦੇ ਉੱਪਰ ਜਿਹੜੀ ਰੇਖਾ ਕਾਲਪਨਿਕ ਕੱਟਦੀ ਆ, ਉਹਨੂੰ ਅਸੀਂ ਕਿਹੜੀ ਰੇਖਾ ਕਹਿੰਦੇ ਆ? ਭੂਮਧ ਰੇਖਾ। ਪਰੰਤੂ ਭਾਰਤ ਦੇ ਵਿੱਚੋਂ ਜਿਹੜੀ ਰੇਖਾ ਬਿਲਕੁਲ ਸੈਂਟਰ ਦੇ ਵਿੱਚੋਂ ਕੱਟਦੀ ਆ, ਉਹਦਾ ਨਾਮ ਹੈ ਕਰਕ ਰੇਖਾ। ਕਿਹੜੀ ਰੇਖਾ? ਕਰਕ ਰੇਖਾ। ਸੋ ਇਹ ਭਾਰਤ ਨੂੰ 2 ਹਿੱਸਿਆਂ 'ਚ ਵੰਡਣ ਵਾਲੀ ਕਿਹੜੀ ਰੇਖਾ ਹੈ? ਕਰਕ ਰੇਖਾ। ਬੇਟਾ ਇਹ ਪੇਪਰ ਦੇ ਵਿੱਚ ਮੈਪ ਦੇ ਵਿੱਚ ਆਉਂਦਾ ਹੈ, ਕਰਕ ਰੇਖਾ ਦਰਸਾਓ। ਸੋ ਕਰਕ ਰੇਖਾ ਉਹ ਰੇਖਾ ਜਿਹੜੀ ਭਾਰਤ ਨੂੰ 2 ਹਿੱਸਿਆਂ ਦੇ ਵਿੱਚ ਵੰਡਦੀ ਹੈ ਗਲੋਬ ਦੇ ਅਨੁਸਾਰ। ਸੋ ਇਹ ਕੋਈ ਅਸਲ 'ਚ ਰੇਖਾ ਨਹੀਂ ਬਣੀ ਹੁੰਦੀ, ਇਹ ਗਲੋਬ ਦੇ ਉੱਪਰ ਕਾਲਪਨਿਕ ਰੇਖਾਵਾਂ ਨੇ। ਸੋ ਇਹੋ ਜਿਹੀਆਂ ਕਾਲਪਨਿਕ ਰੇਖਾਵਾਂ ਜਿਹਦੇ ਨਾਲ ਅਸੀਂ ਦੇਸ਼ਾਂ ਦੀ ਦੂਰੀ, ਦੇਸ਼ਾਂ ਦਾ ਸਮਾਂ, ਵਿਗਿਆਨਕਾਂ ਰਾਹੀਂ ਜਿਹੜਾ ਹੈ ਉਹ ਸਮੁੰਦਰਾਂ ਦੀ ਦੂਰੀ, ਸਮੁੰਦਰਾਂ ਦੇ ਨੇੜਤਾ, ਇਹ ਸਾਰਾ ਕੁਝ ਪਤਾ ਲਗਾਇਆ ਜਾਂਦਾ। ਸੋ ਉਸੇ ਅਨੁਸਾਰ ਸਾਡੇ ਭਾਰਤ ਦੇ ਵਿੱਚੋਂ ਇੱਕ ਕਾਲਪਨਿਕ ਰੇਖਾ ਨਿਕਲਦੀ ਆ, ਔਰ ਇਹ ਕਿੰਨੇ ਡਿਗਰੀ ਤੇ ਨਿਕਲਦੀ ਆ? 23.5 ਡਿਗਰੀ ਅਕਸ਼ਾਂਸ਼ ਤੇ। 23.5 ਡਿਗਰੀ ਅਕਸ਼ਾਂਸ਼ ਦੇ ਉੱਪਰ ਕਰਕ ਰੇਖਾ ਭਾਰਤ ਦੇ ਵਿਚਕਾਰੋਂ ਨਿਕਲਦੀ ਆ, ਜਿਹਨੂੰ ਅਸੀਂ ਕਰਕ ਰੇਖਾ ਕਹਿੰਦੇ ਆ, ਠੀਕ ਆ। ਹੁਣ ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਹੋਣਗੇ, ਇਹ ਉਹ ਸਟੇਟਸ ਦੇ ਨਾਮ ਦਿੱਤੇ ਆ ਜਿਨ੍ਹਾਂ ਦੇ ਵਿਚਕਾਰੋਂ ਦੀ ਜਾਂ ਜਿਨ੍ਹਾਂ ਨੂੰ ਟੱਚ ਕਰਕੇ ਕਰਕ ਰੇਖਾ ਜਿਹੜੀ ਆ ਗੁਜ਼ਰਦੀ ਹੈ। ਤੇ ਇਹੋ ਜਿਹੀਆਂ 8 ਸਟੇਟਸ ਹਨ ਸਾਡੇ ਭਾਰਤ ਦੀਆਂ। ਸਭ ਤੋਂ ਪਹਿਲਾਂ ਦੇਖੋ, ਇਹ ਕਰਕ ਰੇਖਾ ਹੈ, ਇਹ ਕਿਹੜੀ ਸਟੇਟ ਨੂੰ ਕੱਟ ਕੇ ਜਾ ਰਹੀ ਹੈ? ਗੁਜਰਾਤ, ਰਾਜਸਥਾਨ ਦਾ ਵੀ ਥੋੜਾ ਜਿਹਾ ਹਿੱਸਾ ਟੱਚ ਕਰ ਰਹੀ ਹੈ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹ ਛੱਤੀਸਗੜ੍ਹ ਆ ਪੂਰਾ, ਸੋ ਇਹਨੂੰ ਵੀ ਟੱਚ ਕਰ ਰਹੀ ਹੈ, ਝਾਰਖੰਡ ਨੂੰ ਵੀ, ਪੱਛਮੀ ਬੰਗਾਲ ਨੂੰ ਵੀ, ਔਰ ਜਦੋਂ ਹੀ ਬੰਗਲਾਦੇਸ਼ ਚੋਂ ਕ੍ਰੋਸ ਕਰਦੀ ਹੈ ਤੇ ਬਿਲਕੁਲ ਜਾ ਕੇ ਕਾਰਨਰ ਤੇ ਤ੍ਰਿਪੁਰਾ ਨੂੰ ਟੱਚ ਕਰਦੀ ਆ, ਔਰ ਬਾਅਦ ਚੋਂ ਮਿਜ਼ੋਰਮ। ਔਰ ਕਿੰਨੀਆਂ ਸਟੇਟਸ ਹੋ ਗਈਆਂ? 1 2 3 4 5 6 7 8। ਸੋ ਇਹ 8 ਸਟੇਟਸ ਨੇ ਜਿਹੜੀਆਂ ਕਰਕ ਰੇਖਾ ਦੇ ਉੱਪਰ ਪਾਈਆਂ ਜਾਂਦੀਆਂ ਨੇ ਭਾਰਤ ਦੇ ਵਿੱਚ। ਧਿਆਨ ਨਾਲ ਦੇਖ ਲਓ ਦੁਬਾਰਾ, ਇਹ ਜਿਹੜੀ ਰੇਖਾ ਹੈ ਜਿਹੜੀ ਭਾਰਤ ਨੂੰ 2 ਸਮਾਨ ਭਾਗਾਂ 'ਚ ਵੰਡਦੀ ਹੈ ਜਾਂ ਉਹਦੇ ਮੱਧ ਦੇ ਵਿੱਚੋਂ ਨਿਕਲਦੀ ਹੈ, ਕਿੰਨੇ ਡਿਗਰੀ ਅਕਸ਼ਾਂਸ਼ ਤੇ? 23.5 ਡਿਗਰੀ ਅਕਸ਼ਾਂਸ਼ ਤੇ।
उस रेखा का नाम है कर्क रेखा। और उस कर्क रेखा के उपर की पाए जांदियां किहड़ियां स्टेटां? गुजरात, राजस्थान, मध्य प्रदेश, छत्तीसगढ़, झारखंड, पश्चिमी बंगाल, त्रिपुरा, मिजोरम। बेटा जो तुहानू स्टेट्स आउंदियां होणगियां ना, जिवें असीं 28 स्टेट्स करवाईयां, उन्हां दा फायदा ही इहो आ। ਜਦੋਂ ਸਕੂਲ ਸੀ ਉਦੋਂ ਵੀ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਆਪਣੇ ਬਾਲਾ ਵਰਕ ਹੋਈ ਆ ਕੰਧਾਂ ਦੇ ਉੱਪਰ, ਨਕਸ਼ੇ ਦੇ ਉੱਪਰ, ਉਹਨਾਂ ਨਾਲ ਖੇਲਿਆ ਕਰੋ, ਸਟੇਟਸ ਨੂੰ ਯਾਦ ਕਰਿਆ ਕਰੋ, ਕਿਉਂਕਿ ਜੇ ਸਟੇਟਸ ਯਾਦ ਆ ਫਿਰ ਤੁਹਾਡੇ ਲਈ ਇਹ ਚੀਜ਼ਾਂ ਯਾਦ ਕਰਨੀਆਂ ਕੋਈ ਔਖੀ ਨਹੀਂ ਆ ਕਿ ਕਿਹੜੀਆਂ ਜਿਹੜੀਆਂ ਇਹ ਵੀ ਉਹ ਕਰਕ ਰੇਖਾ ਦੇ ਉੱਤੋਂ ਗੁਜ਼ਰਦੀਆਂ। ਠੀਕ ਹੈ ਬੇਟਾ। ਸੋ ਇਸ ਮੈਪ 'ਚ ਅਸੀਂ ਕੀ ਸਿੱਖਿਆ ਕਿ ਭਾਰਤ ਦੇ ਸੈਂਟਰ ਤੋਂ ਇੱਕ ਰੇਖਾ ਗੁਜ਼ਰਦੀ ਆ ਜਿਹਨੂੰ ਅਸੀਂ ਕੀ ਕਹਿੰਦੇ ਆ? ਕਰਕ ਰੇਖਾ। और कर्क रेखा के उपर कितनियां स्टेट्स होंदियां ने? 8 स्टेट्स होंदियां ने ਜਿਹੜੀਆਂ ਇਹਨੂੰ ਛੂ ਕੇ ਜਾਂਦੀਆਂ। ठीक है बेटा, समझ आ गई? कोई मुश्किल तो नहीं, लिखते जाओ। पहलो मैं 28 स्टेट्स करवाइयां, बाद तुहानू मैं गुआंढी देश करवाए, और हुण मैं तुहानू करवाया तीसरे मैप दे विच कि भारत दे विचों केड़ी रेखा गुजरती है? कर्क रेखा गुजरती है। और ओदे ऊपर 8 स्टेट्स आंदियां ने, और वो 8 स्टेट्स केड़ियां ने? राजस्थान, गुजरात, मध्य प्रदेश, छत्तीसगढ़, झारखंड, पश्चिमी बंगाल, त्रिपुरा ते मिजोरम। सो घर बैठ के तुहें ट्रिक्स याद करने आ। जे तुहें ट्रिक्स याद कर ली फिर कुछ औखा नहीं। हुण गुआंढी देशां दे तुहें ट्रिक्स याद कीते, सीमा भाभी आप नचे बचपन च MBA कर ली। जे तुसी खेत्रफल पक्षों केड़ा वड्डा गुआंढी देश आ, जे उस तरीके दसना है फिर बचपन च MBA कर ली ट्रिक। अगर तुसी वैसे नॉर्मली गुआंढी देशां दे नाम दसने आ तां तुसी सीमा भाभी आप नचे। सो इसे तरीके हुण कई बारी की हुंदा इधर दियां जिहड़ियां पूरब दियां स्टेट्स आ ना, वो नहीं साडे कोल लर्न हुंदियां, ਉਹ ਔਖੀਆਂ ਲੱਗਦੀਆਂ ਕਿਉਂਕਿ ਉਹਨਾਂ ਦੇ ਨਾਮ ਵੀ ਥੋੜੇ ਜਿਹੇ ਉਵੇਂ ਦੇ ਆ। ਇਧਰਲੇ ਤੇ ਆਪਾਂ ਯਾਦ ਕਰ ਲਈਦੇ। 7 ਸਟੇਟਸ ਜਿਹੜੀਆਂ ਹੈ ਪੂਰਬ ਵਾਲੇ ਪਾਸੇ। ਦੁਬਾਰਾ ਤੋਂ ਦੇਖ ਲਓ, ਇਹਨੂੰ ਉੱਤਰ ਵਾਲਾ ਸਿਰਾ, ਇਹ ਦੱਖਣ ਵਾਲਾ ਸਿਰਾ, ਇਹ ਪੂਰਬ ਤੇ ਇਹ ਪੱਛਮ। ਸੋ ਜਦੋਂ ਆਪਾਂ ਉਹਦੀ ਗੱਲ ਕਰਦੇ ਆ ਨਾ ਕਿ 7 ਸਟੇਟਸ ਪੂਰਬ ਦੀਆਂ ਦੱਸੋ, ਤਾਂ ਉਹ ਨਹੀਂ ਸਾਨੂੰ ਯਾਦ ਹੁੰਦੀ, ਉਹ ਮੁਸ਼ਕਲ ਆਉਂਦੀ ਆ ਸਾਨੂੰ ਕਿ ਪਤਾ ਨਹੀਂ ਉਹ ਕਿਹੜੀਆਂ ਸਟੇਟਸ ਆ, ਕਿਵੇਂ ਯਾਦ ਕਰਦੀਆਂ। ਸੋ ਉਹਦੇ ਲਈ ਕੀ ਆ? ਉਹਦੇ ਲਈ ਵੀ ਇੱਕ ਟ੍ਰਿਕ ਆ, ਉਹਦੇ ਲਈ ਵੀ ਇੱਕ ਟ੍ਰਿਕ। ਉਹ ਟ੍ਰਿਕ ਕਿਹੜਾ ਹੈ? ਅਸੀਂ ਉਹਦੇ ਲਈ ਮੈਂ ਕਲਾਸ ਦੇ ਵਿੱਚ ਵੀ ਕਰਵਾਇਆ ਵੀ ਆਪਾਂ ਕਿਵੇਂ ਯਾਦ ਕਰਨਾ ਹੈ। ਦਿਖਾਈ ਦੇ ਰਿਹਾ ਮੈਪ? बेटा मैप दिखाई दे रहा? दिखाई दे रहा मैप? हाँ जी मैम। हाँ जी। हुण इधर देखो, ए वाला पासा पूरब दा, ए वाला। सो बेटा जिहड़ी अरुणाचल प्रदेश है ना, सब तो जिहनूं चाइना दा बॉर्डर भी लगदा है, चाइना ਇਹਦੇ ਤੇ ਵੀ ਦਾਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਹਾਂਜੀ ਜੀ ਇਹ ਵੀ ਸਾਡਾ ਹੀ ਇਲਾਕਾ ਹੈ, ਪਰ ਨਹੀਂ, ਇਹ ਸਾਡੇ ਭਾਰਤ ਦਾ ਖੂਬਸੂਰਤ ਭਾਰਤ ਦਾ ਜਿਹੜਾ ਇਹ ਇਲਾਕਾ। ਸੋ ਜਿਹੜਾ ਅਰੁਣਾਚਲ ਹੈ ਨਾ, ਇਸ ਅਰੁਣਾਚਲ ਸਟੇਟ ਦੀ ਇੱਕ ਬੜੀ ਵੱਡੀ ਵਿਸ਼ੇਸ਼ਤਾ ਹੈ ਕਿ ਸਾਡੇ ਭਾਰਤ ਦੇ ਵਿੱਚ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਤੋਂ ਪਹਿਲਾਂ ਇਸੇ ਸਟੇਟ ਦੇ ਵਿੱਚ ਦਿਖਾਈ ਦਿੰਦਾ ਹੈ। ਜਦੋਂ ਘੁੰਮਦਾ ਘੁੰਮਦਾ ਪੂਰੇ ਗਲੋਬ ਦੇ ਵਿੱਚ ਜਾਂ ਸੰਸਾਰ ਦਾ ਜਦੋਂ ਧਰਤੀ ਦਾ ਚੱਕਰ ਲੱਗਦਾ ਹੈ ਪੂਰਾ ਗੋਲ, ਤਾਂ ਸਭ ਤੋਂ ਪਹਿਲਾਂ ਸੂਰਜ ਦੀ ਕਿਰਨ ਜਿਹੜੀ ਸਵੇਰੇ ਪੂਰਬ, ਆਪਾਂ ਕਹਿੰਦੇ ਪੂਰਬ ਦੇਸ਼ 'ਚ ਪੂਰਬ ਤੋਂ ਜਿਹੜਾ ਸੂਰਜ ਚੜ੍ਹਦਾ, ਸੋ ਸਭ ਤੋਂ ਪਹਿਲਾਂ ਪੂਰਬ ਦੇ ਇਲਾਕੇ ਕਿਹੜੇ ਸਟੇਟ ਦੇ ਵਿੱਚ? ਅਰੁਣਾਚਲ ਦੇ ਵਿੱਚ। ਟ੍ਰਿਕ ਨਾਲ ਨਾਲ ਯਾਦ ਕਰੀ ਜਾਏ ਕਿ ਸਭ ਤੋਂ ਪਹਿਲਾਂ ਸੂਰਜ ਦੀ ਕਿਰਨ ਪਈ ਅਰੁਣਾਚਲ 'ਚ, ਔਰ ਜਦੋਂ ਕਿਰਨ ਪਈ ਤੇ ਨਾਗ ਦੇ ਉੱਪਰ ਵੀ ਪਈ, ਜਦੋਂ ਰੋਸ਼ਨੀ ਹੋਈ ਤਾਂ ਉਹ ਨਾਗ ਦੇ ਉੱਪਰ ਵੀ ਪਈ। ਸੋ ਨਾਗ ਇੱਥੇ ਬਣਾ ਲਓ, ਯਾਨੀ ਦੂਜੀ ਸਟੇਟ ਸਾਡੀ ਕਿਹੜੀ ਆ ਪੂਰਬ ਵਾਲੇ ਪਾਸੇ? ਨਾਗਾਲੈਂਡ।
ਹੁਣ ਨਾਗ ਨੂੰ ਕੀ ਪਸੰਦ ਆ? ਮਣੀ ਪਸੰਦ ਹੁੰਦੀ ਹੈ। ਤੁਸੀਂ ਫਿਲਮਾਂ 'ਚ ਵੇਖਦੇ ਹੋ ਨਾਗ ਨੂੰ ਮਣੀ ਬੜੀ ਪਸੰਦ ਹੁੰਦੀ ਹੈ। ਸੋ ਮਣੀ ਤੋਂ ਭਾਵ ਹੈ ਮਣੀਪੁਰ। ਥਰਡ ਸਟੇਟ ਕਿਹੜੀ ਆ? ਮਣੀਪੁਰ। ਦੁਬਾਰਾ ਤੋਂ ਅਰੁਣਾਚਲ 'ਚ ਸੂਰਜ ਦੀ ਕਿਰਨ ਨਿਕਲ ਰਹੀ ਆ, ਨਾਗ ਦੇ ਉੱਪਰ ਪੈ ਰਹੀ ਹੈ ਸੂਰਜ ਦੀ ਕਿਰਨ, ਨਾਗਾਲੈਂਡ। ਔਰ ਨਾਗ ਨੂੰ ਕੀ ਪਸੰਦ ਆ? ਮਣੀਪੁਰ। ਮਣੀ ਦੇ ਉੱਪਰ ਉਹ ਹਮੇਸ਼ਾ ਮਣੀ ਨੂੰ ਬਚਾਉਣ ਲਈ ਨਾਗ ਕੀ ਉਹਦੇ ਉੱਪਰ ਰੱਖਦਾ? ਆਪਣਾ ਫਨ ਖਿਲਾਰ ਕੇ। ਤੋ ਫਨ ਨੂੰ ਹੀ ਹਿੰਦੀ ਦੇ ਵਿੱਚ ਜਿਹੜਾ ਮੀਜ਼ੋ ਵੀ ਕਹਿੰਦੇ, ਮੀਜ਼ੋ। ਉਹ ਹਮੇਸ਼ਾ ਮਣੀ ਨੂੰ ਬਚਾਉਣ ਲਈ ਉਹਦੇ ਉੱਤੇ ਮੀਜ਼ੋ ਰੱਖਦਾ। ਮੀਜ਼ੋ ਮਤਲਬ ਆਪਣਾ ਫਨ ਖਿਲਾਰ ਕੇ ਰੱਖਦਾ। ਯਾਨੀ ਸਟੇਟ ਕਿਹੜੀ ਹੈ ਚੌਥੀ? ਮਿਜ਼ੋਰਮ। ਔਰ ਇਹ ਸਾਰਾ ਕੁਝ ਸਭ ਤੁਹਾਨੂੰ ਪਤਾ ਹੀ ਹੈ ਜੰਗਲਾਂ 'ਚ ਪਾਏ ਜਾਂਦੇ ਆ। ਔਰ ਸਾਡੇ ਭਾਰਤ ਵਿੱਚ ਤ੍ਰਿਪੁਰਾ ਇੱਕ ਐਸੀ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਜੰਗਲ ਪਾਏ ਜਾਂਦੇ। ਸੋ ਤ੍ਰਿਪੁਰਾ ਦੇ ਵਿੱਚ ਇਹ ਸਾਰੇ ਕੁਝ ਜਿਹੜੇ ਸਨੇਕ ਆ, ਨਾਗਾਲੈਂਡ, ਨਾਗ ਮਣੀ ਪਸੰਦ ਆ, ਮਣੀਪੁਰ। ਮਣੀ ਦੇ ਉੱਪਰ ਉਹ ਆਪਣੀ ਸੁਰੱਖਿਆ ਕਵਚ ਮੀਜ਼ੋ ਖਿਲਾਰ ਕੇ ਬੈਠਾ, ਮਿਜ਼ੋਰਮ। ਔਰ ਕਿਹੜੇ ਜੰਗਲਾਂ 'ਚ? ਤ੍ਰਿਪੁਰਾ ਦੇ ਜੰਗਲ। ਔਰ ਜੰਗਲਾਂ ਦੇ ਉੱਪਰ ਕੀ ਛਾਏ ਹੋਏ ਆ? ਮੇਘਾਲਿਆ। ਮੇਘਾਲਿਆ ਮਤਲਬ ਬੱਦਲ। ਔਰ ਉਹਨਾਂ ਨਾਲ ਅਸਮਾਨ ਬਹੁਤ ਸੁੰਦਰ ਦਿਖਾਈ ਦਿੰਦਾ, ਯਾਨੀ ਅਸਾਮ। ਸੋ ਇਹ ਟ੍ਰਿਕ ਆ ਕਿ ਸੂਰਜ ਦੀ ਕਿਰਨ ਨਾਗ ਤੇ ਪਈ, ਨਾਗਾਲੈਂਡ। ਨਾਗ ਨੂੰ ਮਣੀ ਬੜੀ ਪਸੰਦ, ਮਣੀਪੁਰ। ਮਣੀ ਦੇ ਉੱਪਰ ਉਹ ਸੁਰੱਖਿਆ ਕਵਚ ਮਿਜ਼ੋਰਮ ਖਿਲਾਰ ਕੇ ਰੱਖਦਾ, ਮੀਜ਼ੋ। ਔਰ ਕਿਹੜੇ ਜੰਗਲਾਂ 'ਚ? ਤ੍ਰਿਪੁਰਾ। ਤ੍ਰਿਪੁਰਾ ਦੇ ਉੱਪਰ ਮੇਘਾਲਿਆ, ਬੱਦਲ ਛਾਏ ਹੋਏ। ਔਰ ਮੇਘਾਲਿਆ ਨਾਲ ਕੀ ਅੱਛਾ ਲੱਗ ਰਿਹਾ? ਅਸਮਾਨ, ਯਾਨੀ ਅਸਾਮ। ਸੋ ਇਹ ਜਿਹੜੀਆਂ 7 ਸਟੇਟਸ ਆ, ਤੁਸੀਂ ਇਸ ਤਰੀਕੇ ਯਾਦ ਕਰਨੀਆਂ ਨੇ। ਇਹ ਵੀ ਇੱਕ ਟ੍ਰਿਕ ਹੈ, ਠੀਕ ਹੈ। ਇਹਨੂੰ ਤੁਸੀਂ ਕਾਪੀਜ਼ ਦੇ ਉੱਪਰ ਲਿਖ ਲਓ ਔਰ ਇਹਨੂੰ ਬਾਰ-ਬਾਰ, ਭਾਵੇਂ ਡਾਇਗ੍ਰਾਮ ਬਣਾਓ ਉਹਦੇ ਉੱਤੇ। ਅਰੁਣਾਚਲ ਦੀ ਜਗ੍ਹਾ ਤੇ ਸਨ ਬਣਾਓ, ਸਨ ਦੇ ਨੀਚੇ ਕੀ ਬਣਾਉਣਾ ਹੈ? ਸਨੇਕ ਬਣਾਓ, ਸਨੇਕ ਦੇ ਨੀਚੇ ਤੁਸੀਂ ਮਣੀ, ਡਾਇਮੰਡ ਬਣਾਓ। ਉਸ ਤੋਂ ਬਾਅਦ ਮਿਜ਼ੋਰਮ, ਉਹਦਾ ਫਨ ਖਿਲਾਰੋ। ਤ੍ਰਿਪੁਰਾ, ਜੰਗਲ ਬਣਾਓ, ਜੰਗਲਾਂ ਦੇ ਉੱਪਰ ਬੱਦਲ ਬਣਾਓ, ਬੱਦਲਾਂ ਦੇ ਨਾਲ ਅਸਮਾਨ ਦਿਖਾਓ ਕਿੰਨਾ ਖੂਬਸੂਰਤ ਲੱਗਦਾ। ਸੋ ਇਸ ਤਰੀਕੇ ਟ੍ਰਿਕ ਦੇ ਨਾਲ ਤੁਹਾਨੂੰ ਜਿਹੜੇ ਆ ਇਹ ਜਿਹੜੇ ਆ ਪੂਰਬ ਵਾਲੇ ਪਾਸੇ ਦੀਆਂ 7 ਸਟੇਟਸ ਆ ਉਹ ਵੀ ਬਹੁਤ ਜਲਦੀ ਲਰਨ ਹੋ ਜਾਣਗੇ। ਕਲੀਅਰ ਹੈ ਬੇਟਾ? ਸੋ ਇਹ ਟ੍ਰਿਕਸ ਹੀ ਆ ਜਿਨ੍ਹਾਂ ਨੂੰ ਅਸੀਂ ਯਾਦ ਕਰਨਾ ਹੈ। ਟ੍ਰਿਕਸ ਦੇ ਨਾਲ ਅਸੀਂ ਇਹਨੂੰ ਯਾਦ ਕਰਨਾ। ਔਰ ਤੁਹਾਨੂੰ ਮੈਪ ਹੈਗੇ ਆ, ਨਹੀਂ ਹੈਗੇ ਤਾਂ ਤੁਸੀਂ ਖਰੀਦ ਸਕਦੇ ਹੋ। 6ਵੀਂ 7ਵੀਂ 8ਵੀਂ ਕਲਾਸ ਦੇ ਤੇ ਬੁੱਕਸ ਦੇ ਪਿੱਛੇ ਵੀ ਮੈਪ ਬਣੇ ਅਗਰ ਤੁਹਾਨੂੰ ਬੁੱਕਸ ਮਿਲੀਆਂ ਹੈ। ਸੋ ਪ੍ਰੈਕਟਿਸ ਕਰੋ ਘਰ ਬੈਠ ਕੇ, ਖੇਡੋ ਇਹਨਾਂ ਦੇ ਨਾਲ ਔਰ ਸਟੇਟਸ ਨੂੰ ਲਰਨ ਕਰੋ। ਬਾਰ-ਬਾਰ ਰਿਪੀਟ ਕਰੋ। ਘਰਦਿਆਂ ਨੂੰ ਦੱਸੋ ਤੁਹਾਨੂੰ ਪਤਾ ਹੈ ਜੰਮੂ ਕਸ਼ਮੀਰ ਸਟੇਟ ਨਹੀਂ ਰਹੀ। ਉੱਤਰ ਦੇ ਵਿੱਚ ਸਾਡਾ ਸਿਰਾ ਕਿਹੜਾ ਹੈ? ਇੰਦਰਾ ਕੌਲ। ਦੱਖਣ ਦੇ ਵਿੱਚ ਕੰਨਿਆ ਕੁਮਾਰੀ। ਪੱਛਮ ਦੇ ਵਿੱਚ ਰਨ ਆਫ ਕੱਛ ਦੇ ਵਿੱਚ ਗੁਹਾਰ ਮੋਤੀ ਦਾ ਸਰ ਕ੍ਰੀਕ। ਸਰ ਕਿਹੜਾ? ਮੈਡਮ ਸਰ ਵਾਲਾ ਸਰ ਕ੍ਰੀਕ। ਸੋ ਇਹ 7 ਆਪਾਂ ਪੂਰਬ ਦੀਆਂ ਸਟੇਟਸ ਯਾਦ ਕੀਤੀਆਂ। ਇਹਨਾਂ ਨੂੰ ਆਪਾਂ 7 ਸਿਸਟਰਸ ਵੀ ਬੋਲਦੇ ਹਾਂ। ਕੀ ਬੋਲਦੇ ਆ? 7 ਸਿਸਟਰਸ। ਇਹ 7 ਸਿਸਟਰਸ ਆ ਕਿਹੜੇ ਪਾਸੇ ਆਉਂਦੀਆਂ? ਕਿਹੜੀ ਦਿਸ਼ਾ ਵੱਲ? ਪੂਰਬ ਵਾਲੇ ਪਾਸੇ। ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕਾਫੀ ਕੁਝ ਇਹਦੇ ਨਾਲ ਪਤਾ ਲੱਗ ਗਿਆ ਹੋਵੇਗਾ। ਹਾਂ, ਦੇਸ਼ਾਂ ਦਾ ਪਤਾ ਲੱਗ ਗਿਆ, 28 ਸਟੇਟਸ ਦਾ ਪਤਾ ਲੱਗ ਗਿਆ। ਠੀਕ ਹੈ। ਉਸ ਤੋਂ ਇਲਾਵਾ ਤੁਹਾਨੂੰ ਉੱਤਰ ਦੱਖਣੀ ਸਿਰਾ, ਪੂਰਬ ਪੱਛਮੀ ਸਿਰਾ, ਠੀਕ ਹੈ। ਔਰ ਇਸ ਤੋਂ ਇਲਾਵਾ ਜਾ ਰਹੇ ਹਾਂ ਹੁਣ ਅਸੀਂ ਕਰਨੇ ਵੀ ਸਾਡੇ ਭਾਰਤ ਦੇਸ਼ ਨੂੰ ਸਮੁੰਦਰ ਕਿਹੜੇ-ਕਿਹੜੇ ਲੱਗਦੇ। ਸਾਡਾ ਭਾਰਤ ਦਾ ਜਿਹੜਾ ਇਵੇਂ ਦਾ ਨਕਸ਼ਾ ਹੈ ਉਹਨੂੰ ਸਮੁੰਦਰ ਵੀ ਤੇ ਲੱਗਦੇ ਆ ਨਾ। ਅਸੀਂ ਉਹ ਸਮੁੰਦਰ ਦੇਖਣੇ ਆ ਕਿ ਸਾਡੇ ਭਾਰਤ ਨੂੰ ਕਿਹੜੇ ਜਿਹੜੇ ਆ ਉਹ ਸਮੁੰਦਰ ਲੱਗਦੇ। ਸੋ ਆਓ ਇਹ ਵੀ ਤੁਹਾਨੂੰ ਮੈਂ ਡਾਇਗ੍ਰਾਮ ਦੇ ਰਾਹੀਂ ਹੀ ਸ਼ੇਅਰ ਕਰਦੀ ਆ, ਉਹਦੇ ਨਾਲ ਜ਼ਿਆਦਾ ਕਲੀਅਰ ਹੋ ਜਾਏਗਾ। ਦਿਖਾਈ ਦੇ ਰਿਹਾ ਬੇਟਾ? ਮੈਪ ਦਿਖਾਈ ਦੇ ਰਿਹਾ? तो ये जड़ा है भारत का नक्शा है। और ये देखो भारत नूं अगर दक्षिण वाले पासे वेख्या जावे तां भारत नूं तीन तरफों पानी लगदा।
ਔਰ ਇਹੋ ਜੀ ਕੋਈ ਵੀ ਜਗ੍ਹਾ ਜਿਹਨੂੰ ਤਿੰਨ ਤਰਫੋਂ ਪਾਣੀ ਲੱਗਦਾ ਏ ਉਹਨੂੰ ਅਸੀਂ ਪੈਨੀਸੂਲਰ ਕੰਟਰੀ ਵੀ ਕਹਿੰਦੇ ਹਾਂ। ਪੈਨੀਸੂਲਰ ਕੰਟਰੀ ਕਿਉਂਕਿ ਸਾਡੇ ਭਾਰਤ ਨੂੰ ਪੂਰਬ ਵਾਲੇ ਪਾਸੋਂ ਬੰਗਾਲ ਦੀ ਖਾੜੀ, ਇਹ ਸਾਰਾ ਬੰਗਾਲ ਦੀ ਖਾੜੀ ਹੈ, ਇਹਨੂੰ ਸਾਗਰ ਕਹਿੰਦੇ ਆਪਾਂ, ਮਹਾਸਾਗਰ ਨਹੀਂ ਕਹਿੰਦੇ। ਔਰ ਦੱਖਣ ਵਾਲੇ ਪਾਸੇ ਹਿੰਦ ਮਹਾਸਾਗਰ, ਹਿੰਦ ਮਹਾਸਾਗਰ, ਇਹ ਸਭ ਤੋਂ ਵੱਡਾ ਮਹਾਸਾਗਰ ਹੈ। ਇਹਨੂੰ 7 ਸਮੁੰਦਰਾਂ ਦੀ ਕੁੰਜੀ ਵੀ ਕਿਹਾ ਜਾਂਦਾ। ਸੋ ਸਾਗਰ ਜਿਹੜੇ ਉਹ ਮਹਾਸਾਗਰਾਂ ਨਾਲੋਂ ਛੋਟੇ ਹੁੰਦੇ ਆ। ਸੋ ਹਿੰਦ ਮਹਾਸਾਗਰ ਦੱਖਣ ਵਾਲੇ ਪੈਰ ਦੇ ਵਿੱਚ ਸਾਨੂੰ ਹਿੰਦ ਮਹਾਸਾਗਰ ਲੱਗਦਾ, ਪੂਰਬ ਵਾਲੇ ਪਾਸੇ ਬੰਗਾਲ ਦੀ ਖਾੜੀ ਲੱਗਦੀ ਆ, ਔਰ ਪੱਛਮ ਵਾਲੇ ਪਾਸੇ ਅਰਬ ਸਾਗਰ ਲੱਗਦਾ। ਇਹ 3 ਸਮੁੰਦਰ ਆ, 2 ਸਮੁੰਦਰ ਔਰ 1 ਮਹਾਸਾਗਰ ਜਿਹੜਾ ਇਹਦੇ ਸਾਨੂੰ ਬਹੁਤ ਸਾਰੇ ਲਾਭ ਹੈਗੇ ਆ। ਕਿਉਂਕਿ ਜਿੰਨਾ ਵੀ ਮੱਛੀ ਪਾਲਣ ਦਾ ਵਪਾਰ ਜਿਹੜਾ ਹੁੰਦਾ ਹੈ, ਮੱਛੀ ਪਾਲਣ ਦਾ ਵਪਾਰ ਸਾਡੇ ਭਾਰਤ ਦਾ ਇੱਕ ਬੜਾ ਮੁੱਖ ਵਪਾਰ ਆ, ਤਾਂ ਉਹ ਸਾਰਾ ਸਮੁੰਦਰਾਂ ਦੇ ਲਾਗੇ ਹੀ ਹੁੰਦਾ ਹੈ। ਸੋ ਇਹ ਅਗਰ ਸਾਊਥ ਵਾਲੇ ਜਿੰਨੇ ਵੀ ਆ ਲੋਕ, ਉਹਨਾਂ ਦਾ ਕਹਿ ਲੋ ਕਿ ਜਿਸ ਤਰੀਕੇ ਆਪਾਂ ਕਹਿੰਦੇ ਨਾ ਪੰਜਾਬ ਦੇ ਵਿੱਚ ਕਣਕ ਜਾਂ ਹੋਰ ਫਸਲਾਂ ਇਹ ਆਮਦਨ ਦਾ ਸੋਰਸ ਨੇ, ਇਸੇ ਤਰੀਕੇ ਕੇਰਲ ਵਾਲੇ ਪਾਸੇ ਜਾਂ ਸਾਊਥ ਵਾਲੇ ਪਾਸੇ ਆ, ਜਿੰਨਾ ਵੀ ਸਾਊਥ ਦਾ ਇਲਾਕਾ ਸਮੁੰਦਰੀ ਇਲਾਕੇ ਆ, ਇਹਨਾਂ ਦਾ ਜਿਹੜਾ ਵੀ ਆਮਦਨ ਦਾ ਰੁਜ਼ਗਾਰ ਦਾ ਇੱਕ ਮੁੱਖ ਸਾਧਨ ਜਿਹੜਾ ਹੈ ਉਹ ਮੱਛੀ ਪਾਲਣ। ਔਰ ਮੱਛੀ ਪਾਲਣ ਤਾਂ ਹੀ ਹੋਏਗਾ ਜੇ ਉੱਥੇ ਪਾਣੀ ਹੋਏਗਾ। ਸੋ ਸਮੁੰਦਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਬਹੁਤ ਸਾਰੀ ਮਾਤਰਾ ਦੇ ਵਿੱਚ ਮੱਛੀਆਂ, ਫਿਸ਼ਸ ਪਾਈਆਂ ਜਾਂਦੀਆਂ ਨੇ। ਸੋ ਉਹਨਾਂ ਦਾ ਜਿਹੜਾ ਹੈ ਵਪਾਰ, ਕਈ ਲੋਕਾਂ ਦਾ ਤੇ ਵਪਾਰ ਹੀ ਸਾਰਾ ਮੱਛੀ ਪਾਲਣ ਦੇ ਉੱਪਰ, ਰੁਜ਼ਗਾਰ ਹੀ ਸਾਰਾ ਉਹਨਾਂ ਦਾ ਆਮਦਨ ਦਾ ਸੋਰਸ ਹੈ। ਸੋ ਇਹਨਾਂ ਸਾਗਰਾਂ ਦੀ, ਹਿੰਦ ਮਹਾਸਾਗਰ ਦੀ, ਬੰਗਾਲ ਦੀ ਖਾੜੀ ਦੀ ਸਾਨੂੰ ਬਹੁਤ ਮਹੱਤਤਾ ਹੈਗੀ। ਇਸ ਤੋਂ ਇਲਾਵਾ ਸਿਰਫ ਇਹ ਨਹੀਂ ਕਿ ਇੱਥੇ ਮੱਛੀ ਪਾਲਣ ਹੁੰਦਾ ਹੈ ਜਾਂ ਸਿਰਫ ਇਸ ਕਰਕੇ। ਕੋਈ ਵੀ ਦੇਸ਼, ਜਿਸ ਤਰ੍ਹਾਂ ਹੁਣ ਅਮਰੀਕਾ ਵਰਗੇ ਦੇਸ਼ ਆ, ਬਹੁਤ ਸਾਰੇ ਦੇਸ਼ਾਂ ਦਾ ਵਪਾਰ ਜਿਹੜਾ ਹੈ ਸਮੁੰਦਰ ਦੇ ਰਸਤਿਓਂ ਹੁੰਦਾ ਹੈ। ਉਹ ਸਮੁੰਦਰ ਰਾਹੀਂ ਹੀ ਸਾਡੇ ਤੱਕ ਪਹੁੰਚਦੇ ਨੇ ਔਰ ਐਕਸਪੋਰਟ ਔਰ ਇੰਪੋਰਟ ਕੀਤਾ ਜਾਂਦਾ ਸਮਾਨ, ਨਿਰਯਾਤ ਤੇ ਆਯਾਤ। ਕੁਝ ਚੀਜ਼ਾਂ ਭਾਰਤ ਆਪਣੀਆਂ ਵਿਦੇਸ਼ਾਂ 'ਚ ਭੇਜਦਾ ਹੈ ਤੇ ਜਿਨ੍ਹਾਂ ਚੀਜ਼ਾਂ ਦੀ ਲੋੜ ਸਾਨੂੰ ਆ ਉਹ ਵਿਦੇਸ਼ਾਂ ਤੋਂ ਅਸੀਂ ਜਿਹੜੇ ਆ ਉਹ ਉਹਨਾਂ ਕੋਲੋਂ ਲੈਨੇ। ਪਰ ਉਹਨਾਂ ਦਾ ਜਰੀਆ ਕੌਣ ਬਣਦੇ ਆ, ਕਿਹੜੇ ਰਸਤੇ ਰਾਹੀਂ ਹੁੰਦੇ ਆ? ਉਹ ਸਮੁੰਦਰੀ ਰਸਤੇ ਰਾਹੀਂ। ਔਰ ਜਿੱਥੇ ਆ ਕੇ ਰੁਕਦੇ ਆ ਉਹਨਾਂ ਨੂੰ ਹੀ ਅਸੀਂ ਬੰਦਰਗਾਹਾਂ ਕਹਿੰਦੇ ਆ। ਕੀ ਕਹਿੰਦੇ ਆ? ਬੰਦਰਗਾਹਾਂ। ਸੋ ਭਾਰਤ ਦੇ ਵਿੱਚ ਜਿੱਥੇ ਸਮੁੰਦਰ ਦੇ ਰਸਤਿਓਂ ਆਯਾਤ ਨਿਰਯਾਤ ਹੁੰਦਾ ਹੈ, ਜਿਸ ਜਗ੍ਹਾ ਦੇ ਉੱਪਰ ਆ ਕੇ ਜਹਾਜ਼ ਠਹਿਰਦੇ ਨੇ, ਜਿਵੇਂ ਤਾਮਿਲਨਾਡੂ ਦੇ ਵਿੱਚ, ਚੇਨਈ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਹੈਗੇ ਆ, ਇੱਧਰ ਕੇਰਲ ਵਾਲੇ ਪਾਸੇ ਵੀ। ਸੋ ਜਿਹੜੀ ਜਿਹੜੀ ਜਗ੍ਹਾ ਤੇ ਆ ਕੇ ਜਹਾਜ਼ ਰੁਕਦੇ ਆ ਉਹ ਦਰਅਸਲ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਬੰਦਰਗਾਹਾਂ, ਜਿਨ੍ਹਾਂ ਦੇ ਰਾਹੀਂ ਸਾਡੇ ਦੇਸ਼ਾਂ ਦਾ ਦੂਜੇ ਦੇਸ਼ਾਂ ਨਾਲ ਵਪਾਰ ਹੁੰਦਾ। ਸੋ ਮੇਨਲੀ ਆਪਾਂ ਕੀ ਯਾਦ ਕਰਨਾ ਹੈ ਕਿ ਭਾਰਤ ਨੂੰ ਸਾਊਥ ਵਾਲੇ ਪਾਸੇ ਕਿਹੜੇ ਸਾਗਰ ਤੇ ਕਿਹੜੇ ਮਹਾਸਾਗਰ ਲੱਗਦੇ ਨੇ? ਸੋ 2 ਸਾਗਰ ਲੱਗਦੇ ਨੇ। ਪੂਰਬ ਵਾਲੇ ਪਾਸੇ ਸਾਨੂੰ ਬੰਗਾਲ ਦੀ ਖਾੜੀ, ਪੱਛਮ ਵਾਲੇ ਪਾਸੇ ਅਰਬ ਸਾਗਰ, ਹਿੰਦ ਮਹਾਸਾਗਰ ਲੱਗਦਾ। ਕਲੀਅਰ ਬੇਟਾ? ਕਲੀਅਰ ਆ ਸਭ ਨੂੰ? ਜਿਹਨੂੰ ਜਿਹਨੂੰ ਕਲੀਅਰ ਆ ਹੈਂਡਸ ਅਪ ਕਰਕੇ ਦੱਸੀ ਜਾਣ। ਸੋ ਇਹਦੇ ਬਾਰੇ ਮੈਂ ਕੁਐਸਚਨ ਵੀ ਕਰਨੇ ਆ ਬਾਅਦ ਵਿੱਚ। ਕਲੀਅਰ ਆ? ਸੋ ਮੈਨੂੰ ਲੱਗਦਾ ਕਿ ਫਿਲਹਾਲ ਅੱਜ ਦੇ ਲਈ ਇੰਨਾ ਹੀ ਕਾਫੀ ਹੈ। ਠੀਕ ਹੈ? ਸੋ ਤੁਸੀਂ, ਤੁਹਾਡਾ ਕੰਮ ਕੀ ਆ ਕਿ ਤੁਸੀਂ ਅੱਜ 28 ਸਟੇਟਸ ਨੂੰ ਲਰਨ ਕਰਨਾ। 28 ਸਟੇਟ ਤੋਂ ਇਲਾਵਾ 7 ਸਟੇਟ ਜਿਹੜੀਆਂ ਪੂਰਬ ਵਾਲੇ ਪਾਸੇ ਆ, ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਆ? 7 ਸਿਸਟਰਸ ਵੀ ਬੋਲਦੇ ਆ, ਉਹਨਾਂ ਨੂੰ ਵੀ ਲਰਨ ਕਰਨਾ। ਗੁਆਂਢੀ ਦੇਸ਼ ਲਰਨ ਕਰਨੇ ਆ 7। ਇਸ ਤੋਂ ਇਲਾਵਾ ਗੁਆਂਢੀ ਟਾਪੂ ਪਤਾ ਹੋਣਾ ਚਾਹੀਦਾ।
उत्तर दक्षिणी पूरब पश्चिमी सिरा केड़ा? उत्तर ते केड़ा सिरा है? इंदिरा कौल। दक्षिण दे विच कन्या कुमारी, पूरब दे विच किबथू और पश्चिम दे विच गुहार मोती दा सर क्रीक। उत्तर तो लेके दक्षिण तक की लंबाई 3214 किलोमीटर, पूरब तक की चौड़ाई 2933 किलोमीटर। क्लियर है? अच्छा, इस तो इलावा एक चीज और जाते जाते हाँ जी, दिखाई दे रहा होगा मैप तुहानू। बेटा इंडिया का सब तो बड़ी स्टेट जगह राजस्थान। लिख लो कि भारत दियां 28 स्टेटां विच सब तो वड्डी जेड़ा सब तो ज्यादा जगह घेरदी आ या जिन्हों कहंदे आ खेत्रफल जिहदा सब तो वड्डा है वो स्टेट आ राजस्थान। और सब तो छोटा खेत्रफल किदा है? गोवा दा। किदा? गोवा दा। आ देखो छोटा जिहा इन्ना की है। सब तो वड्डा खेत्रफल वाली स्टेट है राजस्थान, सब तो छोटे खेत्रफल वाली आ गोवा। क्लियर आ? उस तो बाद अगर कोई पूछे सब तो वध आबादी केड़े देश च आ, तां आ उत्तर प्रदेश स्टेट आ जिथे सब तो वध जिहड़ी आबादी पाई जांदी है। सब तो वध आबादी उत्तर प्रदेश च पाई जांदी और सब तो घट आबादी सिक्किम च। ये साडी स्टेट आ सिक्किम। सब तो वड्डा खेत्रफल वाली स्टेट राजस्थान, सब तो छोटी गोवा, सब तो वध आबादी केड़े देश च आ? उत्तर प्रदेश च। सब तो घट आबादी कित्थे आ? सिक्किम च। बहुत ज्यादा इत्थे ठंड पाई जाती है। सो इत्थे मोस्ट ऑफ सेना ही आ जिहड़ी बॉर्डर दे उपर हुंदी आ, क्योंकि इत्थे तुहानूं पता चाइना नाल बॉर्डर लगदा साडा। सो सिक्किम दे विच बहुत घट आबादी पाई जाती है। ठीक है? और इस तो इलावा सब तो वध पढ़े लिखे लोग केड़ी स्टेट च पाए जाते हैं? केरल दे विच। ਇਹ ਉਹ स्टेट आ जिथे सब तो वध पढ़े लिखे लोग, साखर लोग, पढ़े लिखे तो मतलब साखर लोग ਜਿਹੜੇ ਆ ਉਹ ਇਸੇ स्टेट ਦੇ ਵਿੱਚ ਪਾਏ ਜਾਂਦੇ। क्लियर है बेटा? और ਅਸੀਂ ਕਿਹੜੀ स्टेट ਚ ਰਹਿੰਦੇ ਆ? पंजाब ਚ। और साडे पूरे भारत की ਜਿਹੜੀ ਰਾਜਧਾਨੀ ਆ, भारत की राजधानी केड़ी है? दिल्ली, नवी दिल्ली। साडे भारत की कैपिटल, इंडिया की कैपिटल केड़ी आ? दिल्ली। पूरे इंडिया की गल की जाए तो साडी इंडिया की कैपिटल है दिल्ली, न्यू दिल्ली। पंजाब की पूछी जाए तो चंडीगढ़, हरियाणा की भी चंडीगढ़। तो ये सारा मैं मेरे ख्याल तुहाडियां बुक्स दे विच हैगा है। तुसीं पहले भी मैप खोल के बुक्स वाले देखो जिहड़े मैं करवाए आ तुहानूं, तां ਉਹ ਤੁਹਾਨੂੰ ਚੰਗੇ ਤਰੀਕੇ ਲਰਨ ਹੋ ਜਾਣ। ਕਲੀਅਰ ਹੈ? ਸੋ ਤੁਹਾਨੂੰ ਕਲੀਅਰ ਅੱਜ ਦਾ ਲੈਸਨ ਵਧੀਆ ਲੱਗਾ? समझ आई है ਤੁਹਾਨੂੰ? ये तो ਤੁਸੀਂ ਲਰਨ ਕਰਨਾ ਹੈ। ਤੁਸੀਂ ਲਰਨ ਕਰੋਗੇ बहुत जल्दी मैं तुम्हारे चैप्टर की वीडियो भी लेके आऊंगी। इसे तरीके तुहानू मैं ऑनलाइन पढ़ाऊंगी। प्लीज अपने फ्रेंड्स नू भी कहना कि वो भी पार्टिसिपेट करन। ठीक है? वध तो वध मेरे ख्याल सिर्फ आप मेरे ख्याल 45 मिनट क्लास लगाई है, इस तो ज़्यादा नहीं लगाई। ठीक है? सो जिन्ना भी अज मैं तुहानू कराया ये तुसी लर्न करना। ठीक है? नैक्सट क्लास के लिए हुण मैं कॉल नहीं करूँगी, मैं सिर्फ मैसेज पाऊँगी भी किस दिन तुहाडी क्लास हैगी। सो जो भी तुसी नोट्स के ऊपर लिखिया ना, किन्ने किन्ने लिखिया हैंड्स अप करो।
लिखिया जसबीर लिखिया है कि इतना ही लेट के सुन लिया बेटा जो भी क्लास अटेंड करनी है ना बड़े ढंग दे नाल करनी है जेड़ा भी काम तुसी अज कॉपी मेरे पर्सनल नंबर दे उपर तुसी ओदी फोटो खिंच के किवें नोट्स बनाए ठीक है बेटा साढ़े को अद्धे घंटे तक दोबारा एक ठीक है ओके आज तक सबनों अच्छा लगा होएगा लेसन पर मेरी कोशिश ये हुई है कि अगर मैं इन्ना लेसन करवाना है तो वध बच्चे जेडे हो पार्टिसिपेट ठीक है चलो नेक्स्ट क्लास दे विच फिर मिलांगे ठीक है सबनों बाय ओके बाय और क्लास लगानी है हाँ